ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਲੰਘੇ ਲੰਮੇ ਸਮੇਂ ਤੋਂ ਅਸੀਂ ਆਪ ਜੀ ਦੇ ਰੂਬਰੂ ਅਲੱਗ-ਅਲੱਗ ਡਾਕਟਰਸ ਨੂੰ, ਅਲੱਗ-ਅਲੱਗ ਮਰੀਜ਼ਾਂ ਨੂੰ ਪੇਸ਼ ਕਰਦੇ ਆ ਰਹੇ ਹਾਂ, ਤੁਹਾਡੇ ਸਾਹਮਣੇ ਰੂਬਰੂ ਕਰਾਉਂਦੇ ਆ ਰਹੇ ਹਾਂ, ਜਿਨ੍ਹਾਂ ਤੋਂ ਤਾਂ ਕਿ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਸੰਬੰਧੀ ਜਾਣਕਾਰੀ ਮਿਲ ਸਕੇ ਅਤੇ ਉਹਨਾਂ ਬਿਮਾਰੀਆਂ ਦਾ ਅਲੱਗ-ਅਲੱਗ ਪੱਧਤੀਆਂ ਦੇ ਅਨੁਸਾਰ ਜੇਕਰ ਇਲਾਜ ਹੁੰਦਾ ਤਾਂ ਉਹ ਉਸ ਦਾ ਕੀ ਅਸਰ ਹੋਇਆ ਅਤੇ ਕਿੰਨਾ ਕੁ ਉਹ ਚੀਜ਼ਾਂ ਇਫੈਕਟਿਵ ਹੈਗੀਆਂ ਨੇ ਅਤੇ ਕਿਹੜੇ ਰਾਹ ਬੰਦੇ ਨੂੰ ਤੁਰਨਾ ਚਾਹੀਦਾ ਜੇਕਰ ਬਿਮਾਰ ਹੈਗਾ, ਕਿਹੜੀ ਪੱਧਤੀ ਅਪਣਾਉਣੀ ਚਾਹੀਦੀ ਹੈ, ਉਸ ਦੇ ਸੰਬੰਧ ਵਿੱਚ ਵੱਖਰੇ ਜਿਹੜੇ ਮਾਹਰ ਡਾਕਟਰਸ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹੇ ਹਾਂ। ਅੱਜ ਅਸੀਂ ਇੱਕ ਅਜਿਹਾ ਵਿਸ਼ਾ ਛੂਹਣ ਜਾ ਰਹੇ ਹਾਂ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਜਦੋਂ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਨੇ ਤਾਂ ਉਦੋਂ ਸਾਡੀ ਇਕੋਨਮੀ ਦੇ ਉੱਤੇ, ਸਾਡੇ ਬਜਟ ਨੂੰ ਜਿਹੜਾ ਉਹ ਕਿੰਨਾ ਅਸਰ ਪੈਂਦਾ। ਅਤੇ ਇਸ ਸੰਬੰਧ ਵਿੱਚ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਅੰਦਰ ਬੈਠੇ ਹਾਂ। ਇਕਨੋਮਿਕ ਡਿਪਾਰਟਮੈਂਟ ਦੇ ਹੈੱਡ ਨੇ ਡਾਕਟਰ ਸੁਮਿਤ। ਇਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਬਿਮਾਰ ਹੋ ਜਾਂਦਾ ਇਨਸਾਨ, ਜਦੋਂ ਪਰਿਵਾਰ ਬਿਮਾਰ ਹੋ ਜਾਂਦਾ ਤਾਂ ਉਹ ਪਰਿਵਾਰ ਦਾ ਬਜਟ ਜਿਹੜਾ ਉਹ ਕਿਸ ਤਰ੍ਹਾਂ ਵਿਗੜਦਾ, ਕਿਸ ਤਰੀਕੇ ਦੇ ਨਾਲ ਇਨਸਾਨ ਜਿਹੜਾ ਉਹ ਦਵਾਈਆਂ ਅਤੇ ਟੈਸਟਾਂ ਅਤੇ ਜਿਹੜੇ ਉਸ ਦੇ ਇਲਾਵਾ ਜਿਹੜਾ ਹੋਰ ਚੀਜ਼ਾਂ ਦੇ ਵਿੱਚ ਫਸਦਾ ਚਲਾ ਜਾਂਦਾ ਅਤੇ ਇੱਕ ਦਿਨ ਅਜਿਹੀ ਨੌਬਤ ਵੀ ਆ ਜਾਂਦੀ ਹੈ ਕਿ ਇਨਸਾਨ ਨੂੰ ਆਪਣਾ ਘਰ ਤੱਕ ਵੇਚਣਾ ਪੈ ਜਾਂਦਾ। ਕਿਉਂ ਇਹ ਨੌਬਤ ਆ ਰਹੀ ਹੈ, ਕਿੱਥੇ ਖੜੋਤ ਹੈ, ਕਿਵੇਂ ਆਪਾਂ ਇਸ ਤੋਂ ਬਚ ਸਕਦੇ ਹਾਂ ਅਤੇ ਕਿਸ ਤਰੀਕੇ ਕੀ ਪਲੈਨਿੰਗ ਹੋਣੀ ਚਾਹੀਦੀ ਹੈ ਜਿਹਦੇ ਨਾਲ ਜਿਹੜਾ ਅਸੀਂ ਇਸ ਸਾਰੇ ਵਰਤਾਰੇ ਦੇ ਵਿੱਚ ਤੰਦਰੁਸਤ ਵੀ ਰਹੀਏ ਅਤੇ ਆਪਣੇ ਬਜਟ ਨੂੰ ਵੀ ਨਾ ਵਿਗੜਨ ਦਈਏ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਸਵਾਗਤ ਹੈ। ਧੰਨਵਾਦ ਜੀ। ਡਾਕਟਰ ਸਾਹਿਬ, ਬਿਮਾਰੀਆਂ ਸੰਬੰਧੀ ਅਸੀਂ ਲਗਾਤਾਰ ਜਾਣਕਾਰੀ ਦਿੰਦੇ ਆ ਰਹੇ ਹਾਂ ਸਾਡੇ ਦਰਸ਼ਕਾਂ ਨੂੰ। ਇਹ ਦੱਸਦੇ ਆ ਰਹੇ ਹਾਂ ਵੀ ਕਿਹੜੀ ਪੱਧਤੀ ਅਪਣਾਉਣੀ ਚਾਹੀਦੀ, ਕਿਹੜੀ ਪੈਥੀ ਅਪਣਾਉਣੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਤੰਦਰੁਸਤ ਵੀ ਰਹੀਏ ਅਤੇ ਸਾਨੂੰ ਸਾਈਡ ਇਫੈਕਟ ਵੀ ਨਾ ਹੋਣ। ਪਰ ਅੱਜ ਤੱਕ ਇਸ ਚੀਜ਼ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਕਿ ਬਿਮਾਰੀਆਂ ਸਾਡਾ ਬਜਟ ਕਿਸ ਤਰ੍ਹਾਂ ਵਿਗਾੜ ਰਹੀਆਂ ਨੇ। ਕਈ ਵਾਰ ਤਾਂ ਇਹ ਸਵਾਲ ਹੁੰਦੇ ਨੇ ਕਿ 100 ਰੁਪਈਆ ਕਮਾ ਰਿਹਾ ਬੰਦਾ ਅਤੇ 200-300 ਰੁਪਈਆ ਖਰਚ ਰਿਹਾ, ਯਾਨੀ ਕਿ ਉਹ ਕਰਜ਼ਾ ਵੀ ਲੈ ਰਿਹਾ ਜਾਂ ਕੁਝ ਚੀਜ਼ਾਂ ਵੇਚ ਰਿਹਾ। ਇਹ ਨੌਬਤ ਕਿਉਂ ਆਉਂਦੀ ਹੈ ਕਿ ਥੋੜ੍ਹਾ ਜਿਹਾ ਸ਼ੁਰੂਆਤ ਦੱਸੋ ਵੀ ਇਹ ਕਿੱਥੋਂ ਸ਼ੁਰੂਆਤ ਕਰਨਾ ਚਾਹੋਗੇ ਤਾਂ ਕਿ ਸਾਡੇ ਦਰਸ਼ਕ ਜਿਹੜੇ ਨੇ ਉਹ ਲੜੀਵਾਰ ਸਮਝ ਸਕਣ ਕਿ ਕਿੱਥੇ ਖੜੋਤ ਆ ਰਹੀ ਹੈ ਅਤੇ ਕਿਸ ਤਰ੍ਹਾਂ ਬਚਣਾ ਚਾਹੀਦਾ। ਦੇਖੋ, ਇਹ ਜਿਹੜੀ ਪੂਰੀ ਗੱਲ ਹੈ ਇਹਦੇ 2-3 ਪਹਿਲੂ ਨੇ, ਆਪਾਂ ਨੂੰ ਉਹ ਸਮਝਣੇ ਪੈਣਗੇ। ਸਭ ਤੋਂ ਪਹਿਲਾ ਪਹਿਲੂ ਹੈ ਪ੍ਰੀਵੈਂਟਿਵ ਹੈਲਥ ਕੇਅਰ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਬਚਾਅ, ਜਿਹਨੂੰ ਆਪਾਂ ਆਮ ਹੀ ਸੜਕਾਂ ਉੱਤੇ ਲਿਖਿਆ ਹੁੰਦਾ ਵੀ ਬਚਾਅ 'ਚ ਹੀ ਬਚਾਅ। ਅਤੇ ਸਭ ਤੋਂ ਪਹਿਲੀ ਚੀਜ਼ ਇਹ ਜ਼ਰੂਰੀ ਆਪਾਂ ਨੂੰ ਸਮਝਣੀ ਚਾਹੀਦੀ ਹੈ ਵੀ ਬਚਾਅ ਕਰਨ ਦੇ ਤਰੀਕੇ ਕੀ ਹੋ ਸਕਦੇ। ਜਿਵੇਂ ਆਮ ਤੌਰ 'ਤੇ ਆਪਣੇ ਬਜ਼ੁਰਗ ਵੀ ਆਪਾਂ ਨੂੰ ਕਹਿੰਦੇ ਆਏ ਨੇ, ਜਾਂ ਆਪਣੀ ਜਿਹੜੀ ਪੰਜਾਬੀਆਂ ਦੀ ਟਰੈਡੀਸ਼ਨ ਰਹੀ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ, ਐਕਸਰਸਾਈਜ਼ ਕਰੋ। ਜਿਵੇਂ ਅੱਜ ਕੱਲ੍ਹ ਕਰੋਨਾ ਦਾ ਟਾਈਮ ਹੈ ਤਾਂ ਉਦੋਂ ਕਹਿੰਦੇ ਮਾਸਕ ਲਗਾ ਕੇ ਰੱਖੋ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ, ਇੱਕ ਤਾਂ ਹੈ ਪ੍ਰੀਵੈਂਟਿਵ ਹੈਲਥ ਕੇਅਰ, ਇਹਦੇ 'ਤੇ ਲੋਕ ਜਿਵੇਂ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਵੀ ਜਦੋਂ ਆਪਣੇ ਨਿਆਣਾ ਜੰਮਦਾ ਹੈ ਤਾਂ ਉਹਨੂੰ ਆਪਾਂ ਨਾਲ ਦੀ ਨਾਲ ਕੁਛ ਇੰਜੈਕਸ਼ਨ ਲਗਾਉਂਦੇ ਹਾਂ ਅਤੇ ਉਹ ਇੱਕ ਵੈਕਸੀਨੇਸ਼ਨ ਕਰਾਉਂਦੇ ਹਾਂ। ਉਹਦਾ ਪਰਪਜ਼ ਇਹ ਹੁੰਦਾ ਵੀ ਪ੍ਰੀਵੈਂਟਿਵ ਹੈਲਥ ਕੇਅਰ, ਵੀ ਮੈਨੂੰ ਆਉਣ ਵਾਲੇ ਸਮੇਂ ਵਿੱਚ ਬਿਮਾਰੀਆਂ ਤੋਂ ਮੈਂ ਬਚ ਸਕਾਂ। ਤਾਂ ਉਹ ਇੱਕ ਸਸਤਾ ਅਤੇ ਜਿਹਨੂੰ ਆਪਾਂ ਕਹਿੰਦੇ ਸੁੰਦਰ ਟਿਕਾਊ ਤਰੀਕਾ ਹੈਗਾ। ਐਕਸਰਸਾਈਜ਼ ਕਰੋ, ਆਪਣੀ ਸਿਹਤ ਦਾ ਧਿਆਨ ਰੱਖੋ, ਉਹ ਇੱਕ ਸਸਤਾ ਸੁੰਦਰ ਟਿਕਾਊ ਤਰੀਕਾ ਆਪਣੇ ਬਜ਼ੁਰਗਾਂ ਨੇ ਆਪਾਂ ਨੂੰ ਦੱਸਿਆ ਅਤੇ ਅੱਜ ਕੱਲ੍ਹ ਦੀ ਮੈਡੀਕਲ ਸਾਇੰਸ ਵੀ ਜਿਹੜੀ ਹੈ ਉਹਨੂੰ ਇਸ ਚੀਜ਼ ਨੂੰ ਉਹ ਐਗਰੀ ਕਰਦੀ ਹੈ ਵੀ ਇਹ ਹੋਣਾ ਚਾਹੀਦਾ। ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਆਪਾਂ ਦੂਸਰੇ ਪਹਿਲੂ ਵੱਲ ਜਾਂਦੇ ਹਾਂ। ਪ੍ਰੀਵੈਂਟਿਵ ਹੈਲਥ ਕੇਅਰ ਵੀ ਕੀਤਾ, ਉਸ ਦੇ ਬਾਵਜੂਦ ਸਾਨੂੰ ਕੁਝ ਬਿਮਾਰੀਆਂ ਲੱਗ ਗਈਆਂ। ਜਦੋਂ ਹੁਣ ਉਹ ਬਿਮਾਰੀਆਂ ਸਾਨੂੰ ਸਟਰਾਈਕ ਕਰਦੀਆਂ ਤਾਂ ਹਰ ਬੰਦਾ, ਨੋ ਡਾਊਟ ਇਹ ਹੈ ਕਿ ਦੁੱਖ ਲੱਗਦਾ ਸਰੀਰ ਨੂੰ, ਤਾਂ ਪੇਨ ਹੋ ਰਹੀ ਹੈ, ਸਭ ਕੁਝ ਹੈ, ਉਹਨੂੰ ਆਪਾਂ ਨਾਪ ਤੋਲ ਨਹੀਂ ਸਕਦੇ। ਪੈਸਾ ਉੱਥੇ ਕਿਤੇ ਵੀ ਵੈਲਿਊ ਨਹੀਂ ਕਰ ਰਿਹਾ ਹੁੰਦਾ ਜਦੋਂ ਇਨਸਾਨ ਨੂੰ ਨੈਚੁਰਲੀ। ਹਾਂਜੀ, ਉਹ ਬਿਲਕੁਲ ਸਹੀ ਗੱਲ ਹੈ ਵੀ ਪੈਸੇ ਦੀ ਉਦੋਂ ਕੋਈ ਅਹਿਮੀਅਤ ਨਜ਼ਰ ਨਹੀਂ ਆਉਂਦੀ। ਬੰਦੇ ਨੂੰ ਇਹ ਲੱਗਦਾ ਮੇਰੇ ਸਾਰੇ ਪੈਸੇ ਵਿਕ ਜਾਵਾਂ ਪਰ ਮੇਰਾ ਬੰਦਾ ਬਚ ਜੇ, ਮੈਂ ਬਚ ਜਾਵਾਂ। ਹੁਣ ਉਹਦੇ 'ਚ ਦੂਸਰਾ ਪਹਿਲੂ ਇਹ ਹੈ ਸਭ ਤੋਂ ਵੱਡਾ ਵੀ ਬਿਮਾਰੀ ਹੋ ਗਈ, ਹੁਣ ਉਹ ਆਪਦਾ ਇਲਾਜ ਕਰਾਉਣ ਲਈ ਬਾਹਰ ਨਿਕਲਦਾ ਘਰ ਤੋਂ। ਜਦੋਂ ਘਰ ਤੋਂ ਬਾਹਰ ਨਿਕਲਦਾ, ਆਮ ਤੌਰ 'ਤੇ ਆਪਣੇ ਪਿੰਡਾਂ 'ਚ ਮਜ਼ਾਕ ਵੀ ਚੱਲਦਾ ਵੀ ਬਈ ਬਾਹਰ ਘਰ ਤੋਂ ਪੈਰ ਰੱਖਿਆ, ਦਵਾਈ ਲੈਣ ਗਿਆ ਅਤੇ 1000 ਦਾ ਨੋਟ ਜੇਬ 'ਚ ਪਾ ਲਈ ਪਈ, ਉਸ ਤੋਂ ਥੱਲੇ ਨਹੀਂ ਮੁੜਿਆ ਜਾਣਾ। ਅਤੇ ਇੱਥੇ ਜਿਹੜੀ ਮੇਨ ਕਰੂਸ਼ਲ ਗੱਲ ਆਉਂਦੀ ਹੈ ਵੀ ਕਿੰਨੇ ਰੁਪਏ ਖਰਚ ਹੋਏ। ਆਮਦਨ ਤੁਹਾਡੀ, ਫੋਰ ਐਗਜ਼ਾਮਪਲ, ਆਮ ਤੌਰ 'ਤੇ ਇਹ ਕਿਹਾ ਜਾਂਦਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਪੰਜਾਬ ਦਾ ਜਿਹੜਾ ਡੇਟਾ ਕਹਿੰਦਾ ਵੀ 10,000 ਰੁਪਏ ਮਹੀਨਾ ਹਰ ਘਰ ਕਮਾਉਂਦਾ, ਐਵਰੇਜ ਆਪਾਂ ਗੱਲ ਕਰ ਰਹੇ। ਅਤੇ ਜੇ ਤੁਸੀਂ ਪਰ ਕੈਪੀਟਾ ਦੇ ਇਨਕਮ ਦੇ ਹਿਸਾਬ ਨਾਲ, ਅਤੇ ਜੇਕਰ ਆਪਾਂ ਇਹਨੂੰ ਇਸ ਤਰੀਕੇ ਨਾਲ ਸੋਚੀਏ ਵੀ ਇੱਕ ਵਾਰੀ ਡਾਕਟਰ ਕੋਲ ਗਏ ਤਾਂ ਤੁਹਾਡਾ ਜੇ 1000 ਰੁਪਈਆ ਲੱਗ ਗਿਆ, 1200 ਰੁਪਈਆ ਲੱਗ ਗਿਆ, 1500 ਰੁਪਈਆ ਲੱਗ ਗਿਆ,
ਤਾਂ ਉਹ ਤੁਹਾਡੇ ਜਿਹੜੇ 10,000 ਦਾ 10% ਤੋਂ ਉੱਤੇ ਬਣ ਗਿਆ, 15% ਤੋਂ ਉੱਤੇ ਬਣ ਗਿਆ। ਤਾਂ ਜਿਹੜੀਆਂ ਵੱਡੀਆਂ ਬਾਡੀਜ਼ ਨੇ WHO ਜਾਂ ਕੁਝ ਹੋਰ, ਇਹ ਵੀ ਇਹ ਕਹਿੰਦੇ ਨੇ ਵੀ ਜੇ ਤੁਸੀਂ ਆਪਦੀ ਮਹੀਨੇ ਦੀ ਜਿਹੜੀ ਤੁਹਾਡੀ ਇਨਕਮ ਹੈ, ਕੰਜ਼ੰਪਸ਼ਨ ਹੈ, ਖਰਚ ਕਰਦੇ ਹੋ ਮਹੀਨੇ ਦਾ ਜਿਹੜਾ ਤੁਸੀਂ ਉਹਨਾਂ 'ਚ 10% ਤੋਂ ਉੱਤੇ ਖਰਚ ਕਰਦੇ ਹੋ, ਤਾਂ ਉਹ ਜਿਹੜਾ ਖਰਚ ਹੈ ਬਿਮਾਰੀ ਦਾ ਉਹ ਤੁਹਾਡੇ ਇਕੋਨਮੀ ਨੂੰ, ਹਾਊਸ ਹੋਲਡ ਇਕੋਨਮੀ ਨੂੰ ਡਿਸਟਰਬ ਕਰ ਦੇਗਾ, ਬੁਰੇ ਤਰੀਕੇ ਨਾਲ ਹਿਲਾ ਦੇਗਾ। ਅਤੇ ਤੁਸੀਂ ਉਹਨੂੰ ਇਮੈਜਨ ਕਰੋ ਵੀ 1,000-1,500 ਰੁਪਈਆ, 10,000 ਮਹੀਨੇ ਦੀ ਤਨਖਾਹ ਹੈ, 1,000-1,500 ਰੁਪਈਆ ਤਾਂ ਅੱਜ ਕੱਲ੍ਹ ਆਮ ਤੁਸੀਂ ਕਿਸੇ RMP ਡਾਕਟਰ ਕੋਲ ਚਲੇ ਜਾਓ, 400-500 ਰੁਪਏ ਤੋਂ ਥੱਲੇ ਤਾਂ ਉਹ ਵੀ ਨਹੀਂ ਮੁੜਨ ਦਿੰਦਾ। ਜੇ ਤੁਸੀਂ MBBS ਕੋਲ ਜਾ ਰਹੇ ਹੋ, ਅੱਛਾ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਗਈ ਜਿਹਨੂੰ ਆਪਾਂ ਕਹਿੰਦੇ ਕਰੋਨਿਕ ਬਿਮਾਰੀ ਲੱਗ ਗਈ ਹੈ ਨਾ, ਜਿਵੇਂ ਕੈਂਸਰ ਹੋ ਗਿਆ ਰੱਬ ਨਾ ਕਰੇ, ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਲੱਗ ਗਈ ਜਿਹਦਾ ਖਰਚਾ ਬਹੁਤ ਜ਼ਿਆਦਾ ਹੈ, ਟਿਊਮਰ ਹੋ ਗਿਆ, ਕੋਈ ਸਰਜਰੀ ਕਰਾਉਣੀ ਪੈ ਗਈ ਹੈ ਨਾ, ਅਤੇ ਉਸ ਕੇਸ ਦੇ ਵਿੱਚ ਤੁਹਾਡੀ ਤਾਂ ਇਕੋਨਮੀ ਬੁਰੇ ਤਰੀਕੇ ਨਾਲ ਜਿਹਨੂੰ ਕਹਿੰਦੇ ਆ ਧਵਸਤ ਹੋ ਜੂਗੀ, ਤਹਿਸ ਨਹਿਸ ਹੋ ਜੂਗੀ। ਆਮ ਬੰਦਾ ਕੀ, ਜਾਂ ਅਮੀਰ ਤੋਂ ਅਮੀਰ ਬੰਦੇ ਦੇ ਜਿਹੜੇ ਇਹ ਹੋਏਗਾ ਜੀ, ਇਹ ਹੋਏਗਾ। ਅਤੇ ਦੂਸਰੀ ਗੱਲ ਹੁਣ ਇਹ ਹੈ, ਹੁਣ ਇਹਦਾ ਇੱਕ ਤੀਸਰਾ ਪਹਿਲੂ ਹੈ। ਆਪਾਂ ਨੂੰ ਇਹ ਪਤਾ ਹੈ ਵੀ ਆਪਣੇ ਇੱਥੇ ਜਿਹੜੇ ਆਮ ਲੋਕ ਹੈ, ਇੰਡੀਆ ਦੇ, ਪੰਜਾਬ ਦੇ ਜਿਹੜੇ ਰਹਿਣ ਵਾਲੇ ਆ, ਇਹਨਾਂ ਦਾ ਕੋਈ ਆਪਣਾ ਇਨਕਮ ਦਾ ਸਟੇਟਸ ਹੈ ਜਾਂ ਕੁਝ ਹੈ ਵੀ ਇੱਥੇ ਹਰ ਬੰਦਾ ਅਮੀਰ ਨਹੀਂ ਹੈਗਾ, ਇਹ ਅਸੈਪਟਡ ਰਿਐਲਿਟੀ ਹੈ। ਤਾਂ ਉਸ ਕੇਸ ਦੇ ਵਿੱਚ ਫਿਰ ਜਦੋਂ ਤੁਹਾਡਾ ਖਰਚਾ ਆਇਆ, ਉਸ ਕੇਸ ਦੇ ਵਿੱਚ ਫਿਰ ਮਦਦ ਕੀ ਹੋ ਸਕਦੀ ਹੈ? ਉਹ ਮਦਦ ਦੇ ਹੁਣ 2-3 ਤਰੀਕੇ 4 ਤਰੀਕੇ ਬਣਦੇ ਨੇ। ਪਹਿਲੀ ਗੱਲ ਤਾਂ ਇਹ ਹੋ ਗਈ ਵੀ ਜੀ ਤੁਸੀਂ ਜਿਵੇਂ ਕਿਸੇ ਹਸਪੀਟਲ 'ਚ ਗਏ, ਉਹ ਸਰਕਾਰੀ ਹਸਪਤਾਲ ਹੈ, ਤੁਸੀਂ ਗਏ ਉੱਥੇ, ਉਹਨਾਂ ਨੇ ਸਾਰਾ ਖਰਚਾ ਤੁਹਾਡਾ ਚੱਕਿਆ ਅਤੇ ਜੀ ਤੁਹਾਨੂੰ ਬੰਦੇ ਨੂੰ ਬਿਮਾਰ ਗਿਆ ਸੀ, ਤੰਦਰੁਸਤ ਕਰਕੇ ਭੇਜਤਾ, ਨਾ ਉਹਦੇ ਤੋਂ 1 ਰੁਪਈਆ ਲਿਆ, ਨਾ ਕੁਝ ਹੋਇਆ। ਕੁਝ ਇਹ ਇੰਡੀਆ 'ਚ ਹੈ ਨਹੀਂ। ਇਹ ਮੈਨੂੰ ਲੱਗਦਾ ਬਹੁਤ ਹੀ ਘੱਟ ਦੇਸ਼ ਹੋਣਗੇ ਜਿਨ੍ਹਾਂ 'ਚ ਇਸ ਤਰ੍ਹਾਂ ਦਾ। ਚਲੋ ਆਪਾਂ ਇਹਨੂੰ ਕਾਟਾ ਮਾਰ ਕੇ ਸਾਈਡ 'ਤੇ ਕਰ ਦਿੰਦੇ ਆ। ਇਹ ਪੋਸੀਬਲ ਯੂਟੋਪੀਅਨ ਕੰਸੈਪਟ ਹੈ ਨਾ, ਜਿਵੇਂ ਉਹ ਕਹਿ ਦਿੰਦੇ ਆ ਵੀ ਰਾਮ ਰਾਜ ਹੋ ਗਿਆ ਜੀ, ਇਹ ਤਾਂ ਅਤੇ ਉਹ ਪੋਸੀਬਲ ਨਹੀਂ ਹੈਗਾ। ਅਤੇ ਹੁਣ ਦੂਸਰਾ ਇੱਕ ਪਹਿਲੂ ਆਉਂਦਾ ਹੈ ਵੀ ਫਿਰ ਸਰਕਾਰ ਨੂੰ ਜਾਂ ਕਿਸੇ ਸੰਸਥਾ ਨੂੰ, ਜਾਂ ਜਿਹੜਾ ਤੁਹਾਨੂੰ ਰੁਜ਼ਗਾਰ ਦੇਣ ਵਾਲਾ ਇੰਪਲੋਇਰ ਹੈ, ਜਾਂ ਤੁਸੀਂ ਕੋਈ ਬੀਮਾ ਲਿਆ ਹੋਇਆ, ਉਹ ਤੁਹਾਡੀ ਆਰਥਿਕ ਤੌਰ 'ਤੇ ਕੋਈ ਨਾ ਕੋਈ ਮਦਦ ਕਰੇ ਤਾਂ ਕਿ ਜਿਹੜਾ ਤੁਹਾਡਾ ਇਹ ਨੁਕਸਾਨ ਹੋਇਆ ਉਹਦੇ ਤੋਂ ਤੁਸੀਂ ਬਚ ਸਕੋ। ਹੁਣ ਉਸ ਕੇਸ ਦੇ ਵਿੱਚ ਸਰਕਾਰਾਂ ਵੀ ਥੋੜ੍ਹਾ ਬਹੁਤਾ ਆਪਣਾ ਰੋਲ ਪਲੇਅ ਕਰਦੀਆਂ, ਅਤੇ ਜਿਵੇਂ ਕੁਝ ਬੰਦਿਆਂ ਨੇ ਬੀਮਾ ਲਿਆ ਹੁੰਦਾ ਉਹ ਵੀ ਕਰਦੇ ਨੇ, ਪਰ ਉਹਦੇ 'ਚ ਇੱਕ ਕੁੰਡੀ ਹੈ। ਕੁੰਡੀ ਕੀ ਹੈ ਵੀ ਜਦੋਂ ਆਪਾਂ ਬੀਮੇ ਦੀ ਗੱਲ ਕਰਦੇ ਹਾਂ ਜਾਂ ਸਰਕਾਰਾਂ ਦੀ ਮਦਦ ਦੀ ਗੱਲ ਕਰਦੇ ਹਾਂ, ਉਦੋਂ ਹਰ ਬੰਦਾ ਇਸ ਚੀਜ਼ ਦੇ, ਇਸ ਨੁਕਤੇ ਤੋਂ ਗੱਲ ਕਰਦਾ ਵੀ ਹਾਂ ਤੇਰਾ ਦਵਾਈਆਂ 'ਤੇ ਇੰਨਾ ਖਰਚ ਹੋਇਆ, ਤੇਰਾ ਐਕਸਰੇ 'ਤੇ ਇੰਨਾ ਖਰਚ ਹੋਇਆ, ਤੂੰ ਮਹੀਨਾ ਬਿਮਾਰ ਰਿਹਾ, 2 ਮਹੀਨੇ ਬਿਮਾਰ ਰਿਹਾ, ਆਹ ਤੇਰੀ ਦਵਾਈਆਂ ਦੇ ਪੈਸੇ ਨੇ, ਇਹਦਾ ਅਸੀਂ ਕੁਝ ਹਿੱਸਾ ਤੈਨੂੰ ਦੇ ਦਿੰਦੇ ਹਾਂ। ਜਿਵੇਂ ਅਕਸਰ ਹੀ ਹੈਲਥ ਇੰਸ਼ੋਰੈਂਸ ਵਿੱਚ ਕੈਪਿੰਗ ਹੁੰਦੀ ਹੈ ਜੀ, 5 ਲੱਖ ਤੋਂ ਉੱਤੇ ਇੱਕ ਵਾਰ ਐਡਮਿਟ ਹੋਏ ਤਾਂ ਅਸੀਂ ਤੁਹਾਨੂੰ 5 ਲੱਖ ਤੋਂ ਉੱਤੇ ਪੈਸੇ ਨਹੀਂ ਦੇਣੇ। ਹਾਲਾਂਕਿ ਤੁਹਾਡਾ ਖਰਚਾ ਚਾਹੇ 7 ਲੱਖ ਹੋਇਆ, ਚਾਹੇ 8 ਲੱਖ ਹੋਇਆ, ਉਹਨਾਂ ਨੇ 5 ਲੱਖ ਤੁਹਾਨੂੰ ਦੇ ਦੇਣਾ। ਚਲੋ ਕੁਝ ਹੌਸਲਾ ਮਿਲਿਆ, ਕੁਝ ਆਸ ਵੱਜੀ, ਕੁਝ ਸਿਸਟਮ ਸੈੱਟ ਹੋਇਆ ਬੰਦੇ ਦਾ, ਨੁਕਸਾਨ ਜਿਹੜਾ ਕਿ ਆਪਾਂ ਨੁਕਸਾਨ ਘੱਟ ਤੋਂ ਘੱਟ ਹੋਇਆ। ਉਹਨਾਂ ਦੀ ਜਿਹੜੀ ਦੂਸਰੀ ਕੁੰਡੀ ਹੈ ਉਹ ਹੈ ਇਨਡਾਇਰੈਕਟ ਕਾਸਟ। ਡਾਇਰੈਕਟ ਕਾਸਟ, ਬਿਮਾਰੀਆਂ, ਦਵਾਈਆਂ, ਇਹਨਾਂ ਦਾ ਖਰਚਾ ਹਰ ਕੋਈ ਦੇ ਦਿੰਦਾ, ਜਾਂ ਸਰਕਾਰਾਂ ਦੇ ਦਿੰਦੀਆਂ, ਜਾਂ ਇੰਪਲੋਇਰ ਦੇ ਦਿੰਦਾ, ਨੌਕਰੀ ਦੇਣ ਵਾਲਾ ਵੀ ਦੇ ਦਿੰਦਾ, ਜਾਂ ਕਈ ਵਾਰੀ ਬੰਦਾ ਚੈਰਿਟੀ ਤੋਂ ਵੀ ਲੈ ਲੈਂਦਾ ਵੀ ਇੱਧਰੋਂ ਉੱਧਰੋਂ ਯਾਰ ਦੋਸਤ ਨੇ ਮਦਦ ਕਰਤੀ, ਕਿਸੇ ਨੇ, ਕੋਈ ਅਮੀਰ ਨਾਲ ਗੁਆਂਢੀ ਰਹਿੰਦਾ ਸੀ ਉਹਨੇ ਮਦਦ ਕਰਤੀ। ਕੁੰਡੀ ਇਹ ਹੈ ਇਨਡਾਇਰੈਕਟ ਕਾਸਟ ਦੀ ਵੀ ਉਹ ਬਿਮਾਰੀ ਕਰਕੇ ਉਹ ਬੰਦਾ ਹੋ ਸਕਦਾ 1 ਸਾਲ ਜੋਬ ਹੀ ਨਾ ਕਰ ਸਕਿਆ, 6 ਮਹੀਨੇ ਜੋਬ ਹੀ ਨਾ ਕਰ ਸਕਿਆ, ਨੌਕਰੀ ਨਹੀਂ ਕਰ ਸਕਿਆ। ਜਾਂ ਜਿਵੇਂ ਹੁਣ ਆਪਾਂ ਕਰੋਨਾ ਦੀ ਬਿਮਾਰੀ ਚੱਲੀ ਹੋਈ ਆ, ਕਰੋਨਾ 'ਚ ਬੰਦਾ ਤੰਦਰੁਸਤ ਹੋ ਕੇ ਆ ਜਾਂਦਾ, ਪਰ ਘਰੇ ਆ ਕੇ ਉਸ ਤੋਂ ਬਾਅਦ ਵੀ ਜਿਹੜਾ ਕੰਮ ਕਰਨ ਨੂੰ ਕਿੰਨਾ ਸਮਾਂ ਲੱਗ ਜਾਂਦਾ ਨੈਚੁਰਲੀ। ਹੁਣ ਤੁਸੀਂ ਇਹ ਲਾ ਲਓ ਵੀ ਕਰੋਨਾ ਦੀ ਗੱਲ ਹੀ ਲਾ ਲਈਏ ਵੀ ਬੰਦੇ ਨੂੰ 1 ਮਹੀਨੇ ਟਰੀਟਮੈਂਟ ਚੱਲਿਆ, ਉਸ ਤੋਂ ਬਾਅਦ ਉਹ 6 ਮਹੀਨੇ ਕੋਈ ਕੰਮ ਕਰਨ ਜੋਗਾ ਰਿਹਾ ਹੀ ਨਹੀਂ, ਨਾ ਉਹ ਆਪਦਾ ਬਿਜ਼ਨਸ ਕਰ ਸਕਦਾ, ਨਾ ਉਹ ਨੌਕਰੀ 'ਤੇ ਜਾ ਸਕਦਾ। ਤਾਂ ਫਿਰ ਉਸ ਕੇਸ ਦੇ ਵਿੱਚ ਜਿਹੜਾ ਉਹਦਾ ਆਰਥਿਕ ਲਾਸ ਹੋਇਆ, ਜਿਹੜਾ ਉਹਦਾ ਨੁਕਸਾਨ ਹੋਇਆ, ਨਾ ਤਾਂ ਉਹਨੂੰ ਤਨਖਾਹ ਮਿਲਣੀ ਉਹ 6 ਮਹੀਨੇ ਦੀ, ਜਿਹੜਾ ਬਿਜ਼ਨਸ 'ਚ ਘਾਟਾ ਹੋ ਗਿਆ ਉਹ ਵੀ ਪੂਰਾ ਨਹੀਂ ਹੋਣਾ। ਅਤੇ ਉਹ 6 ਮਹੀਨੇ ਮਤਲਬ ਕਿ ਇੱਕ ਤਾਂ ਤੁਹਾਨੂੰ ਸਿੱਧੀ ਮਾਰ ਪਈ ਖਰਚਿਆਂ ਦੀ, ਇੱਕ ਤੁਹਾਨੂੰ ਅਸਿੱਧੀ ਮਾਰ ਪਈ, ਇਨਡਾਇਰੈਕਟ ਮਾਰ ਪਈ, ਉਹ ਇਹ ਜਿਹੜਾ ਤੁਹਾਡਾ ਇਨਕਮ ਦਾ ਲਾਸ। ਉੱਤੋਂ ਇੱਕ ਹੋਰ ਗੱਲ ਵੀ ਹੈ, ਜਿਵੇਂ ਅਕਸਰ ਆਪਾਂ ਕਹਿ ਦਿੰਦੇ ਹਾਂ ਵੀ ਹਸਪਤਾਲ ਬੰਦਾ ਭਰਤੀ ਹੈ, ਉਹਦੇ ਨਾਲ ਕੋਈ ਨਾ ਕੋਈ ਇੱਕ ਬੰਦਾ ਅਟੈਂਡੈਂਟ ਰਹਿੰਦਾ ਘਰ ਦਾ, ਆਪਣਾ ਜੀਅ ਨਹੀਂ ਕਰਦਾ ਵੀ ਆਪਾਂ ਘਰ 'ਚ ਫਲਾਣਾ ਬੰਦਾ ਬਿਮਾਰ ਹੈ, ਇਹਨੂੰ ਆਪਾਂ ਹਸਪਤਾਲ ਇਕੱਲੇ ਸੁੱਟ ਕੇ ਆ ਜਾਈਏ। ਗਿਵਨ ਦਾ ਕੰਡੀਸ਼ਨ ਆਪਣੇ ਜਿਹੜੇ ਹਸਪਤਾਲਾਂ ਦੇ ਹਾਲ ਨੇ, ਉੱਥੇ ਤਾਂ ਆਪਾਂ ਜਮਾਂ ਹੀ ਨਹੀਂ ਸੋਚ ਸਕਦੇ। ਹੋ ਸਕਦਾ ਫੋਰਨ ਕਿਸੇ ਕੰਟਰੀ ਸੋਚ ਸਕਦੇ ਹੋਈਏ ਵੀ ਬੰਦੇ ਨੂੰ ਹਸਪਤਾਲ ਛੱਡਿਆ ਜੀ, ਘਰ ਆ ਕੇ ਮੈਂ ਆਪਦੇ ਕੰਮ ਕਰ ਲੱਗ ਗਿਆ ਜੀ। ਆਪਣੇ ਫੈਮਿਲੀ ਬੌਂਡਿੰਗ ਉਸ ਤਰ੍ਹਾਂ ਦੀਆਂ ਕਿ ਆਪਾਂ ਟਾਈਜ਼ ਇਸ ਤਰ੍ਹਾਂ ਦੀਆਂ ਵੀ ਆਪਾਂ ਬੰਦੇ ਨੂੰ ਹਸਪੀਟਲ ਛੱਡ ਕੇ ਨਹੀਂ ਆ ਸਕਦੇ। ਆਪਾਂ ਰਿਸ਼ਤੇਦਾਰ ਜਿਹੜੇ ਨੇ ਉਹ ਵੀ ਜਾ ਕੇ ਬੈਠ ਜਾਂਦੇ ਨੇ ਵੀ ਕਿਤੇ ਗੁੱਸਾ ਹੀ ਨਾ ਮੰਨ ਜਾਵੇ। ਹਾਂਜੀ, ਇਹ ਵੀ ਹੈ ਆਪਣੇ ਇੱਕ ਕਲਚਰ ਹੈ, ਟ੍ਰੈਡੀਸ਼ਨ ਹੈ। ਤਾਂ ਹੁਣ ਤੁਸੀਂ ਇਹ ਵੀ ਹਿਸਾਬ ਲਾਓ ਵੀ ਇਸ ਅਸਿੱਧੇ ਖਰਚੇ 'ਚ, ਇਨਡਾਇਰੈਕਟ ਕਾਸਟ 'ਚ, ਉਹ ਨਾਲ ਜਿਹੜਾ ਬੰਦਾ ਜਾ ਰਿਹਾ ਉਹ ਵੀ ਤਾਂ ਆਪਦਾ ਕੰਮਕਾਰ ਛੱਡ ਕੇ ਜਾ ਰਿਹਾ ਹੋਏਗਾ, ਉਹ ਵੀ ਆਪਦੇ ਕੰਮ ਧੰਦੇ ਛੱਡ ਕੇ ਜਾ ਰਿਹਾ, ਹੋ ਸਕਦਾ ਉਹਦਾ ਧਿਆਨ ਹੀ ਹੈ ਨਹੀਂ ਬਿਜ਼ਨਸ 'ਚ ਜਿਹੜੀ ਉਹਦੀ ਦੁਕਾਨ ਚਲਾਉਂਦਾ। ਤਾਂ ਉਹ ਜਿਹੜਾ ਖਰਚਾ ਹੈ ਉਹਦੇ ਬਾਰੇ ਅਸਲ 'ਚ ਇਹ ਜਿਹੜਾ ਅਸਿੱਧਾ ਖਰਚਾ ਇਨਡਾਇਰੈਕਟ ਕਾਸਟ ਹੈ, ਇਹਦੇ ਬਾਰੇ ਨਾ ਸਰਕਾਰਾਂ ਨਾ ਆਮ ਬੰਦਾ
ਕੋਈ ਵੀ ਬੰਦਾ ਗੱਲ ਹੀ ਨਹੀਂ ਕਰਦਾ, ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਨਹੀਂ ਹੈਗੇ ਮੇਨ ਤਾਂ ਗੱਲ ਇਹ ਹੈ। ਇਸ ਚੀਜ਼ ਬਾਰੇ ਕੋਈ, ਕਿਉਂਕਿ ਗੱਲ ਇਹ ਹੈ ਨਾ ਵੀ ਹਾਲੇ ਤਾਂ ਪਹਿਲਾਂ ਆਪਾਂ ਜਿਹੜੀ ਉਹ ਪਹਿਲੀ ਮੁੱਢਲੀ ਜ਼ਰੂਰਤ ਹੈ ਦਵਾਈਆਂ ਵਾਲੀ, ਹਾਲੇ ਤਾਂ ਉਹੀ ਪੂਰੀ ਨਹੀਂ ਹੋਈ ਤੇ ਡਾਇਰੈਕਟ ਕਾਸਟ ਹੀ ਨਹੀਂ ਪੂਰੀ ਹੋਈ, ਮੁੱਢਲੀ ਜ਼ਰੂਰਤ ਹੀ ਨਹੀਂ ਪੂਰੀ ਕਰ ਪਾਏ ਆਪਾਂ, ਤੇ ਫਿਰ ਉਹ ਇਨਡਾਇਰੈਕਟ ਤਾਂ ਹਾਲੇ ਸੁਪਨਾ ਹੈ ਆਪਣੇ ਲਈ ਇੱਕ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ। ਪਰ ਇਹ ਹੋਣਾ ਚਾਹੀਦਾ, ਇਹਦੇ ਬਾਰੇ ਲੋਕਾਂ ਨੂੰ ਸੁਚੇਤ ਵੀ ਹੋਣਾ ਚਾਹੀਦਾ, ਸਜਗ ਵੀ ਹੋਣਾ ਚਾਹੀਦਾ, ਤੇ ਇਹਨਾਂ ਚੀਜ਼ਾਂ ਬਾਰੇ ਮੈਨੂੰ ਲੱਗਦਾ ਹੈ ਵੀ ਇਹ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਸ ਚੀਜ਼ ਦਾ ਮੁੱਦਾ ਵੀ ਬਣਾਉਣਾ ਚਾਹੀਦਾ ਵੀ ਭਾਈ ਹਾਂ, ਬਿਮਾਰੀਆਂ ਦੇ ਖਰਚੇ ਤੁਸੀਂ ਦਵਾਈਆਂ ਦੇ ਖਰਚੇ ਦੇ ਦੋਗੇ, ਐਕਸਰੇ ਦੇ ਦੋਗੇ, ਪਰ ਜਿਹੜਾ ਸਾਡਾ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਇਨਡਾਇਰੈਕਟ ਕਾਸਟ ਹੈ, ਉਹਦੀ ਗੱਲ ਵੀ ਕੋਈ ਕਰੋ, ਕੋਈ ਤਾਂ ਗੱਲ ਕਰੋ। ਡਾਕਟਰ ਸਾਹਿਬ ਤੁਸੀਂ ਇਸ ਵਿਸ਼ੇ ਦੇ ਉੱਤੇ ਲੰਮੀ ਰਿਸਰਚ ਕੀਤੀ ਹੈਗੀ ਆ ਤੇ PhD ਵੀ ਤੁਸੀਂ ਇਸੇ ਵਿਸ਼ੇ ਦੇ ਉੱਤੇ ਕੀਤੀ ਹੈਗੀ ਹੈ, ਕੀ ਨਿਕਲ ਕੇ ਸਾਹਮਣੇ ਆਇਆ? ਤੁਸੀਂ ਇਹਦੇ ਪੂਰੀ ਰਿਸਰਚ ਦੇ ਵਿੱਚ ਤੁਹਾਡੇ ਕੋਲੇ ਕੁਝ ਡਾਟਾ, ਕੁਝ ਏਰੀਆ ਦੀ ਰਿਸਰਚ ਕੀਤੀ ਹੋਣੀ, ਕੁਝ ਕੀਤਾ ਨਾ, ਕੁਝ ਇਸ ਤਰ੍ਹਾਂ ਦਾ ਕੁਝ ਹੈ ਜਿਹੜਾ ਜਿਹਦੇ ਆਪਾਂ ਠੋਸ ਆਧਾਰ ਦੇ ਉੱਤੇ ਗੱਲ ਕਰ ਸਕੀਏ? ਦੇਖੋ, ਮੇਰਾ ਜਿਹੜਾ ਕੰਮ ਸੀ ਉਹ ਸਲਮ ਡਿਵੈਲਪਰਸ ਦੇ ਉੱਤੇ ਸੀ, ਗਰੀਬ ਜਿਹਨੂੰ ਕਹਿੰਦੇ ਆ ਵੀ ਪੋਰ, ਜਿਹਨੂੰ ਆਪਾਂ ਕਹਿੰਦੇ ਵੀ ਸਲਮ ਬਸਤੀਆਂ 'ਚ ਰਹਿਣ ਵਾਲੇ ਵੀ, ਗਰੀਬੀ ਰੇਖਾ ਦੇ ਵਿੱਚ ਵੀ ਜਿਹੜੇ ਬਹੁਤ ਜ਼ਿਆਦਾ ਗਰੀਬ ਨੇ ਉਹਨਾਂ ਲੋਕਾਂ ਉੱਤੇ ਸੀ। ਤਾਂ ਉਹਨਾਂ ਵਿੱਚ ਇੱਕ ਚੀਜ਼ ਬੜੀ ਇੰਟਰਸਟਿੰਗ ਜਿਹੜੀ ਹੈ ਉਹ ਉੱਭਰ ਕੇ ਆਈ ਵੀ ਜਿਹੜਾ ਬੰਦਾ ਹੈ ਬਿਮਾਰ ਹੋਇਆ ਤਾਂ ਅਕਸਰ ਆਪਣੀ ਕੋਸ਼ਿਸ਼ ਕੀ ਹੁੰਦੀ ਹੈ ਵੀ ਯਾਰ ਮੈਡੀਕਲ ਵਾਲੇ ਤੋਂ ਦਵਾਈ ਫੜ ਲਿਓ ਜੀ, ਜਾਂ ਮਤਲਬ ਕਿ ਨਾਲ ਕੈਮਿਸਟ ਤੋਂ ਫੜ ਲਓ, ਜਾਂ ਨਾਲ ਵਾਲਾ ਕੋਈ ਬੰਦਾ ਹੈਗਾ ਉਹ ਯਾਰ ਮੇਰਾ ਢਿੱਡ ਦੁਖਦਾ ਸੀ, ਆਹ ਦਵਾਈ ਦੇ ਦਿਓ ਮੈਨੂੰ, ਤਾਂ ਉਹ ਉਧਰੋਂ ਦਵਾਈ ਲੈ ਲਈ, 10 ਦਿਨ ਖਾਧੀ, 5 ਦਿਨ ਖਾਧੀ, ਠੀਕ ਨਹੀਂ ਹੋਏ ਜੀ, ਫਿਰ ਦੂਸਰੇ ਦਿਨ ਜੀ ਫਿਰ ਦਵਾਈ ਕਿਤੇ ਹੋਰ ਜਾ ਕੇ ਲੈ ਆਉਂਦੀ, RMP ਤੋਂ ਫੜ ਲਿਆਉਂਦੀ, 15 ਦਿਨ ਫਿਰ ਸੰਘਰਸ਼ ਚੱਲਦਾ ਰਿਹਾ, ਉਹ RMP ਦੀ ਦਵਾਈ ਫਿਰ ਆਪਾਂ ਕਹਿ ਦਿੰਦੇ ਦਵਾਈ ਮੈਨੂੰ ਲੱਗੀ ਨਹੀਂ ਜੀ, ਫਿਰ ਮਹੀਨੇ ਬਾਅਦ ਜਾ ਕੇ ਕਿਤੇ ਆਪਾਂ ਜਿਹੜਾ ਹੈ ਜਾਂਦੇ ਹਾਂ ਕਿਸੇ ਕੁਆਲੀਫਾਈਡ ਡਾਕਟਰ ਕੋਲ, ਤਾਂ ਉਸ ਕੇਸ ਦੇ ਵਿੱਚ ਆਪਣਾ ਇੱਕ ਤਾਂ ਨੁਕਸਾਨ ਹੋਇਆ ਸਿੱਧਾ ਵੀ ਆਪਾਂ 4-5 ਡਾਕਟਰਾਂ ਨੂੰ ਜਾਂ RMPਆਂ ਨੂੰ ਜਾਂ ਕੈਮਿਸਟਾਂ ਨੂੰ ਪੈਸੇ ਵਟਾਤੇ, ਆਪਣਾ ਉਹਦਾ ਨੁਕਸਾਨ ਕਰ ਲਿਆ, ਤੇ 1 ਮਹੀਨਾ ਆਪਾਂ ਕੰਮ ਵੀ ਨਾ ਕਰ ਪਾਏ, ਉਹ ਤਕਲੀਫ ਕਰਕੇ, ਦੁੱਖ ਕਰਕੇ, ਹਾਂਜੀ ਤਕਲੀਫ ਸਹੀ ਵੱਖਰੀ। ਉਸ ਤੋਂ ਮਹੀਨੇ ਬਾਅਦ ਆਪਾਂ ਨੂੰ ਅਕਲ ਆਈ ਤੇ ਆਪਾਂ ਫਿਰ ਗਏ ਜੀ ਕੁਆਲੀਫਾਈਡ ਡਾਕਟਰ ਕੋਲ, ਤੇ ਤੁਸੀਂ ਉਹ ਮਹੀਨਾ ਤਾਂ ਉਹਦਾ ਨੁਕਸਾਨ ਜਰ ਲਿਆ। ਉਸ ਤੋਂ ਬਾਅਦ ਉਹ ਡਾਕਟਰ ਦਵਾਈ ਦਿੰਦਾ, ਕਈ ਵਾਰ ਇਹ ਹੁੰਦਾ ਵੀ ਉਹ ਦਵਾਈ ਦਿੰਦਾ 3 ਦਿਨਾਂ 'ਚ ਤੁਸੀਂ ਠੀਕ ਹੋ ਜਾਂਦੇ ਹੋ, ਤੇ ਜੇ ਤੁਸੀਂ ਸਿੱਧਾ ਉਹਦੇ ਕੋਲ ਆਉਂਦੇ ਤਾਂ ਹੋ ਸਕਦਾ ਉਹ 3 ਦਿਨਾਂ 'ਚ, ਕੁਆਲੀਫਾਈਡ ਬੰਦੇ ਕੋਲ ਜਾਂਦੇ ਤਾਂ ਉਹ 3 ਦਿਨਾਂ 'ਚ ਠੀਕ ਹੋ ਜਾਂਦੇ। ਉਹਦੇ ਇਹ ਜਿਹੜੀ ਸਾਈਕੋਲੋਜੀ ਹੈ ਵੀ ਹਾਂ ਯਾਰ ਬਿਮਾਰ ਹੋ ਗਏ, ਫਲਾਣੇ ਤੋਂ ਫੜ ਲਓ, ਫਲਾਣੇ ਤੋਂ ਫੜ ਲਓ, ਤੇ ਉਹਦੇ ਕਰਕੇ ਆਪਾਂ ਆਪਦਾ ਕਈ ਵਾਰ ਲੰਬਾ ਨੁਕਸਾਨ ਕਰ ਲੈਂਦੇ ਹਾਂ। ਹੁਣ ਉਹਦੇ ਵਿੱਚ ਇੱਕ ਹੋਰ ਘੁੰਡੀ ਵੀ ਹੈ, ਜਿਹੜਾ ਪਹਿਲੂ ਹੈ ਇੱਕ ਜਿਹੜਾ ਆਪਾਂ ਨੂੰ ਸੋਚਣਾ ਚਾਹੀਦਾ ਹੈ, ਲੋਕ ਇਸ ਤਰ੍ਹਾਂ ਕਰਦੇ ਕਿਉਂ ਨੇ? ਇਹ ਕਾਰਨ ਹੈ ਵੀ ਆਪਣਾ ਜਿਹੜਾ ਟਰਸਟ ਹੈ, ਭਰੋਸਾ ਹੈ, ਉਹ ਜਿਹੜਾ ਹੈ ਕੁਆਲੀਫਾਈਡ ਡਾਕਟਰਾਂ 'ਤੇ ਘੱਟ ਤੇ ਜਿਹੜੇ ਅਨਕੁਆਲੀਫਾਈਡ ਬੰਦੇ ਆ ਉਹਨਾਂ 'ਤੇ ਜ਼ਿਆਦਾ। ਉਹ ਜਿਹੜਾ ਅੱਜ ਆਪਾਂ ਨੂੰ ਆਜ਼ਾਦੀ ਨੂੰ ਇੰਨੇ ਸਾਲ ਹੋ ਗਏ, ਆਪਣੇ MBBS ਡਾਕਟਰਸ ਨੇ ਇੰਨੀ, ਆਪਣਾ ਜਿਹੜਾ ਡਾਕਟਰ ਹੈ ਉਹ ਅਮਰੀਕਾ ਤੱਕ ਜਾ ਕੇ ਇਲਾਜ ਕਰ ਰਿਹਾ, ਪਰ ਇਹ ਕੀ ਕਾਰਨ ਹੋਏ ਵੀ ਆਪਾਂ ਆਪਦੇ ਬੰਦਿਆਂ ਜਿਹੜੇ ਹਿੰਦੁਸਤਾਨੀ ਬੰਦੇ ਨੇ ਉਹੀ ਉਹਨਾਂ ਦਾ ਭਰੋਸਾ ਨਹੀਂ ਜਿੱਤ ਪਾਏ, ਵਿਸ਼ਵਾਸ ਨਹੀਂ ਕਰ ਪਾਏ ਉਹਨਾਂ ਦਾ। ਉਹ ਬੰਦਾ ਜਿਹੜਾ ਹੈ ਇੱਕ ਆਮ ਭਾਰਤ ਦਾ ਨਾਗਰਿਕ ਆ, ਆਮ ਜਿਹੜਾ ਜਿਹਨੂੰ ਕੋਈ ਬਹੁਤ ਜ਼ਿਆਦਾ ਕੁਆਲੀਫਿਕੇਸ਼ਨ ਨਹੀਂ, ਕੋਈ ਇੱਕ ਸਧਾਰਨ ਤਰੀਕੇ ਨਾਲ ਜ਼ਿੰਦਗੀ ਜੀ ਰਿਹਾ, ਉਹ ਡਾਕਟਰਾਂ ਉੱਤੇ ਭਰੋਸਾ ਇੰਨੇ ਬੁਰੇ ਤਰੀਕੇ ਨਾਲ, ਮਤਲਬ ਕਿ ਇੰਨੇ ਅੱਛੇ ਤਰੀਕੇ ਨਾਲ ਨਹੀਂ ਕਰ ਪਾਇਆ। ਇਹਦੇ ਬਾਰੇ ਆਪਾਂ ਨੂੰ ਸੋਚਣ ਦੀ ਲੋੜ ਹੈ ਵੀ ਇਹ ਕਿਹੋ ਜਿਹੇ ਕਾਰਨ ਬਣੇ ਵੀ ਉਹਨੂੰ ਆਪਦੇ ਗੁਆਂਢੀ ਕੈਮਿਸਟ 'ਤੇ ਭਰੋਸਾ ਹੈ, RMP ਡਾਕਟਰ 'ਤੇ ਭਰੋਸਾ ਹੈ, ਇੱਕ ਕੁਆਲੀਫਾਈਡ ਡਾਕਟਰ 'ਤੇ ਭਰੋਸਾ ਨਹੀਂ ਹੈਗਾ। ਉਸੇ ਚੱਕਰ ਦੇ ਵਿੱਚ ਉਹ ਆਪਦਾ ਕਈ ਵਾਰ ਬਹੁਤ ਵੱਡਾ ਨੁਕਸਾਨ ਵੀ ਕਰਦਾ। ਡਾਕਟਰ ਸੁਮਿਤ, ਤੁਸੀਂ ਰਿਸਰਚ ਕੀਤੀ, ਤੁਹਾਨੂੰ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਹਦਾ ਕਾਰਨ ਜਿਹੜਾ ਉਹ ਇਹ ਹੈ ਕਿ ਜਿਹੜੇ RMP ਹੈ, ਕੈਮਿਸਟ ਨੇ, ਇਹਨਾਂ ਕੋਲੇ ਲੋਕ ਜਾਂਦੇ ਨੇ, ਲੰਮਾ ਸਮਾਂ ਜਿਹੜਾ ਉਹਨਾਂ ਤੋਂ ਪੈਸਾ ਵੀ ਵਟਾ ਦਿੰਦੇ ਨੇ, ਬਾਅਦ ਵਿੱਚ ਫਿਰ ਕੁਆਲੀਫਾਈਡ ਡਾਕਟਰਸ ਕੋਲ ਜਾਂਦੇ ਨੇ, ਫਿਰ ਇੱਕ ਉਹਦਾ ਇਲਾਜ ਲੰਬਾ ਹੋ ਜਾਂਦਾ, ਉਨਾ ਹੀ ਪੈਸਾ ਉੱਥੇ ਵੀ ਵੱਧ ਦੇਣਾ ਪੈਂਦਾ, ਪਹਿਲਾਂ ਵੀ ਦੇ ਕੇ ਆ ਚੁੱਕੇ ਹੁੰਦੇ ਨੇ, ਜਿਹੜਾ ਕੰਮ ਦਾ ਲਾਸ ਕਰ ਲਿਆ ਉਹ ਵੱਖਰਾ ਹੈਗਾ, ਬੋਡੀ ਦੇ ਉੱਤੇ ਸੰਤਾਪ ਭੋਗਿਆ ਵੱਖਰਾ ਹੈਗਾ। ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕੁਆਲੀਫਾਈਡ ਡਾਕਟਰਸ ਨੇ ਇਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਹੈ ਇਹਨਾਂ ਦੇ ਵਿੱਚ ਵੀ ਕਮੀ ਰਹੀ ਹੈ, ਖੜੋਤ ਰਹੀ ਹੈ, ਕਿਉਂਕਿ ਇਹਨਾਂ ਵੱਲੋਂ ਡਾਕਟਰਸ ਜਿਹੜੇ ਨੇ ਅਕਸਰ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਇਹਨਾਂ ਵੱਲੋਂ ਦਵਾਈਆਂ ਜਿਹੜੀਆਂ ਨੇ ਉਹ ਉਹਨਾਂ ਕੰਪਨੀਆਂ ਨਾਲ ਵੀ ਇਹਨਾਂ ਦੀ ਸੈਟਿੰਗ ਹੋਈ ਪਈ ਹੈ, ਟੈਸਟਾਂ ਵਾਲਿਆਂ ਨਾਲ ਵੀ ਇਹਦੀ ਸੈਟਿੰਗ ਹੋਈ ਪਈ ਹੈ, ਅਤੇ ਰੇਡੀਓਲੋਜਿਸਟ ਨਾਲ ਵੀ ਸੈਟਿੰਗ ਹੋਈ ਪਈ ਹੈ, ਪੈਥੋਲੋਜੀ ਵਾਲਿਆਂ ਨਾਲ ਵੀ ਸੈਟਿੰਗ ਹੋਈ ਪਈ ਹੈ, ਅਤੇ ਉਹਦੇ ਕਾਰਨ ਜਿਹੜਾ ਹੈਗਾ ਉਹ ਟੈਸਟ ਵੀ ਮਹਿੰਗੇ ਹੋ ਰਹੇ ਨੇ, ਜਿਹੜੇ ਆਪਾਂ ਦੂਜੇ ਟੈਸਟ ਵੀ ਪੈਥੋਲੋਜੀ ਵਾਲੇ ਵੀ, ਰੇਡੀਓਲੋਜਿਸਟ ਵਾਲਿਆਂ ਵੀ, ਅਤੇ ਜਿਹੜੇ ਦਵਾਈਆਂ ਵਾਲੀਆਂ ਕੰਪਨੀਆਂ ਦੇ ਵਿੱਚ ਵੀ ਇੱਕ ਬ੍ਰਾਂਡ ਜਿਹੜੇ ਆਪਣੇ ਨਾਮ ਦੇ ਉੱਤੇ ਕੀਤੇ ਨੇ, ਕਿ ਇਹ ਇੱਕ ਕਰਪਸ਼ਨ ਦਾ ਜਿਹੜਾ ਗਲਬਾ ਹੈਗਾ, ਕਿ ਇਸ ਤੋਂ
ਆਮ ਇਨਸਾਨ ਦੁਖੀ ਹੋ ਗਿਆ ਤੇ ਉਹ ਉਸ ਤੋਂ ਪਹਿਲਾਂ ਇਹ ਚਾਹੁੰਦਾ ਕਿ ਮੈਂ ਉਸ ਚੱਕਰ 'ਚ ਪਾਵਾਂ, ਇੰਨੇ ਮਹਿੰਗੇ ਪ੍ਰੋਸੀਜਰ 'ਚ ਪਾਵਾਂ, ਸ਼ਾਇਦ ਮੈਂ ਇੱਥੋਂ ਹੀ ਠੀਕ ਹੋ ਜਾ, ਮੇਰਾ ਇੰਨੇ ਕਿਤੇ ਵਿੱਚ ਹੀ ਮੇਰਾ ਸਰ ਜੇ, ਤੇ ਉਹ ਚੱਕਰ ਦੇ ਵਿੱਚ ਵੀ ਇਹ ਕੰਮ ਵਿਗਾੜ ਲੈਂਦੇ ਨੇ। ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਜਿਹੜਾ ਕੁਆਲੀਫਾਈਡ ਡਾਕਟਰ ਹੈ ਉਹ ਆਮ ਬੰਦੇ ਦਾ ਭਰੋਸਾ ਨਹੀਂ ਜਿੱਤ ਪਾਇਆ। ਉਹਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਹਰ ਪ੍ਰੋਫੈਸ਼ਨ 'ਚ ਕੁਝ, ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕੁਝ ਗੰਦੇ ਲੋਕ ਹੁੰਦੇ, ਕੁਝ ਚੰਗੇ ਲੋਕ ਹੁੰਦੇ, ਪਰ ਉਹਨਾਂ ਕਰਕੇ ਪੂਰਾ ਪ੍ਰੋਫੈਸ਼ਨ ਬਦਨਾਮ ਹੁੰਦਾ। ਬਿਲਕੁਲ, ਬਹੁਤ ਵਧੀਆ ਵੀ ਡਾਕਟਰ ਨੇ, ਬਹੁਤ ਵਧੀਆ ਡਾਕਟਰ ਵੀ ਨੇ, ਇਮਾਨਦਾਰ ਨੇ ਤੇ ਲੋਕਾਂ ਦੀ ਮਦਦ ਕਰਦੇ ਨੇ, ਇੰਨੀਆਂ ਆਪਣੀਆਂ ਖੋਜਾਂ ਹੋਈਆਂ ਨੇ, ਪੱਲੋਂ ਲਾਉਂਦੇ ਨੇ, ਇਹ ਵੀ ਹੈ। ਹਾਂਜੀ, ਇਹ ਬਿਲਕੁਲ ਸੱਚ ਹੈ। ਇਹਦੇ 'ਚ ਤੁਸੀਂ ਇਹ ਦੇਖੋ ਕਿ ਇਹਦੇ ਲਈ ਨਾ ਜਿੰਨਾ ਬੰਦਾ ਕੁਆਲੀਫਾਈਡ ਹੈ ਉਹਦੀ ਜ਼ਿੰਮੇਵਾਰੀ ਵੀ ਉਨੀ ਜ਼ਿਆਦਾ ਬਣਦੀ। ਜੇ 100 ਚੋਂ ਇੱਕ ਡਾਕਟਰ ਇਹ ਕੰਮ ਕਰੇਗਾ ਨਾ, ਜਿਵੇਂ ਆਪਾਂ ਅਕਸਰ ਹੀ ਸੁਣਦੇ ਆਏ ਆ ਵੀ ਉਹਨੂੰ ਲੋੜ ਤਾਂ ਇੱਕ ਦਵਾਈ ਦੀ ਸੀ ਜੀ, ਉਹਨੂੰ ਲਿਖਤੀਆਂ 4 ਦਵਾਈਆਂ, 4 ਵੈਸੇ ਹੀ 3 ਮਲਟੀਵਿਟਾਮਿਨ ਲਿਖਤੇ ਵੀ ਚਲੋ ਮੈਂ ਫਲਾਣੇ ਕੰਪਨੀ ਨੂੰ ਵਾਅਦਾ ਕੀਤਾ ਹੋਇਆ ਜੀ। ਉਹਦੇ 'ਚ ਇਹ ਵੀ ਆ ਜਾਂਦਾ ਦੁਖਦਾ ਤਾਂ ਉਹਦਾ ਢਿੱਡ ਆ, ਤਾਂ ਬ੍ਰੇਨ ਦਾ ਐਕਸਰੇ ਕਰਾਉਣ ਭੇਜ ਦਿੰਦੇ, ਸਿਟੀ ਸਕੈਨ ਕਰਾਉਣ ਭੇਜ ਦਿੰਦੇ ਨੇ। ਠੀਕ ਕਹਿ ਰਹੇ ਹੋ ਤੁਸੀਂ। ਉਹ ਕੱਟ ਨੇ, ਕਮਿਸ਼ਨ ਨੇ, ਉਹ ਉਹਦੇ ਬਾਰੇ ਪੂਰੇ ਹਿੰਦੁਸਤਾਨ ਨੂੰ ਪਤਾ ਹੈ। ਤੇ ਹੁਣ ਇਹ ਗੱਲ ਇਹ ਹੈ ਵੀ ਉਹ ਚੱਕਰ ਦੇ ਵਿੱਚ ਉਹ ਇੱਕ ਬੰਦੇ ਨੇ ਕੀਤਾ, ਉਹ ਇੱਕ ਬੰਦੇ ਕਰਕੇ 100 ਬੰਦੇ ਜਿਹੜੇ ਦੂਜੇ ਬਦਨਾਮ ਹੋਏ। ਤੇ ਤੁਸੀਂ ਇਹ ਦੇਖੋ ਜਿਹੜਾ ਮਰੀਜ਼ ਗਿਆ ਉਹਨੇ ਅੱਗੋਂ ਜਾ ਕੇ 10 ਬੰਦਿਆਂ ਨੂੰ ਦੱਸਣਾ, 20 ਬੰਦਿਆਂ ਨੂੰ ਦੱਸਣਾ ਵੀ ਮੇਰੇ ਨਾਲ ਤਾਂ ਭਈ ਆ ਹੋਇਆ। ਉਹ ਇੱਕ ਬੰਦੇ ਦਾ ਨੁਕਸਾਨ ਨਹੀਂ ਹੋ ਰਿਹਾ, ਤੁਸੀਂ ਉਹ ਇੱਕ ਡਾਕਟਰ ਕਰਕੇ ਉਹਨੇ 20 ਘਰਾਂ ਦਾ ਜਿਹੜਾ ਟਰਸਟ ਖੋ ਲਿਆ ਪੂਰੀ ਡਾਕਟਰ ਕਮਿਊਨਿਟੀ ਨੇ। ਬਿਲਕੁਲ। ਤੇ ਉਹ ਇਹ ਜਿਹੜੀ ਚੀਜ਼ ਹੈ ਉਹ ਬਹੁਤ ਡੇਂਜਰਸ ਹੈ ਤੇ ਉਹ ਇੰਡੀਆ ਵਿੱਚ ਕਾਫੀ ਪ੍ਰੈਵਲੈਂਟ ਹੈ ਅੱਜ ਦੀ ਡੇਟ 'ਚ। ਜੇ ਆਪਾਂ ਕਹੀਏ ਇਹੀ ਗੱਲ ਹੈ ਕਿ ਜਦੋਂ ਹੁਣ ਕਰੋਨਾ ਬਿਮਾਰੀ ਹੋ ਰਹੀ ਹੈ ਤਾਂ ਲੋਕ ਕੁਆਲੀਫਾਈਡ ਡਾਕਟਰ ਕੋਲ ਇਲਾਜ ਕਰਾਉਣ ਨਹੀਂ ਜਾ ਰਹੇ, ਤੇ ਉਹ ਲੋਕ ਆਸੇ-ਪਾਸਿਓਂ ਇਲਾਜ ਕਰ ਰਹੇ ਨੇ ਜਾਂ ਸੈਲਫ ਮੈਡੀਕੇਸ਼ਨ ਕਰ ਰਹੇ ਨੇ, ਜਾਂ ਲੋਕ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ ਰਹੇ। ਇਹੀ ਕਾਰਨ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਇਹ ਚੀਜ਼ਾਂ ਕੋਈ ਅੱਜ ਰਾਤੋਂ ਰਾਤ ਪੈਦਾ ਨਹੀਂ ਹੋਈਆਂ। ਇਹ 70 ਸਾਲ ਤੋਂ 80 ਸਾਲ ਤੋਂ ਆਜ਼ਾਦੀ ਤੋਂ ਬਾਅਦ ਇਹ ਹੌਲੀ-ਹੌਲੀ ਜਿਹੜਾ ਹੈ ਅੱਜ ਇਹ ਚੀਜ਼ ਦਾ ਆਪਾਂ ਨੂੰ ਇਹ ਪੇਸ਼ਕਾਰੀ ਹੋ ਰਹੀ ਹੈ ਵੀ ਇਹ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ। ਹੌਲੀ-ਹੌਲੀ ਇਹ ਚੀਜ਼ਾਂ ਵੱਧਦੀਆਂ ਗਈਆਂ। ਪਰ ਇਹਦੇ 'ਚ ਹੁਣ ਰੋਲ ਇਹ ਬਣਦਾ ਵੀ ਆਪਣੀ ਜਿਹੜੀ ਸੁਸਾਇਟੀ ਹੈ ਇਹ ਕੀ ਕਰ ਰਹੀ ਸੀ, ਜਿਹੜੀਆਂ ਆਪਣੀ ਸਰਕਾਰਾਂ ਨੇ ਇਹ ਕੀ ਕਰ ਰਹੀਆਂ ਸੀ। ਇਹ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਰੋਲ ਸੀ ਉਹ ਕਿਤੇ ਨਾ ਕਿਤੇ ਪੂਰਾ ਐਕਟਿਵ ਨਹੀਂ ਰਿਹਾ, ਜਿੰਨਾ ਕਰਕੇ ਅੱਜ ਆਪਾਂ ਇਸ ਸਿਚੁਏਸ਼ਨ 'ਚ ਪਹੁੰਚੇ ਹੋਏ ਹਾਂ। ਤਾਂ ਡਾਕਟਰ ਸਾਹਿਬ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ। ਸਰਕਾਰਾਂ ਬਜਟ ਲਗਾਤਾਰ, ਪਰਿਵਾਰਾਂ ਦੇ ਬਜਟ ਲਗਾਤਾਰ ਵਿਗੜਦੇ ਚਲੇ ਜਾ ਰਹੇ ਨੇ। ਬਿਮਾਰੀਆਂ ਅਲੱਗ-ਅਲੱਗ ਰੂਪ ਧਾਰਨ ਕਰਕੇ ਇਨਸਾਨ ਨੂੰ ਡਰਾਉਂਦੀਆਂ ਜਾ ਰਹੀਆਂ ਨੇ, ਦਬਦੀਆਂ ਜਾ ਰਹੀਆਂ ਨੇ। ਪਰ ਸਰਕਾਰਾਂ ਦਾ ਬਜਟ ਜਿਹੜਾ ਉਹ ਨਹੀਂ ਹੈ, ਉਹ ਹੈਲਥ ਕੰਨੀ ਜਿਹੜੀ ਆ ਉਹ ਜ਼ਿਆਦਾ ਧਿਆਨ ਨਹੀਂ ਦੇ ਰਹੇ, ਜਿਹੜੇ ਐਜੂਕੇਸ਼ਨ ਕੰਨੀ ਜਿਹੜਾ ਉਹ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਤੇ ਇਹ ਦੋ ਉਹ ਮੇਨ ਲੋੜਾਂ ਨੇ, ਬੁਨਿਆਦੀ ਲੋੜਾਂ ਨੇ, ਜਿਨ੍ਹਾਂ ਦੇ ਉੱਤੇ ਜਿਹੜਾ ਇਨਸਾਨ ਦੇ ਜਿਹੜਾ ਜੀਵਨ ਪੱਧਰ ਜਿਹੜਾ ਉਹ ਟਿਕਿਆ ਹੋਇਆ। ਕੀ ਲੱਗਦਾ ਹੈ ਕਿ ਸਰਕਾਰਾਂ ਆਪਾਂ ਨੂੰ ਚੁਣਨ ਦੇ ਵਿੱਚ ਸਾਡੇ ਕਿਤੇ ਨਾ ਕਿਤੇ ਖੜੋਤ ਹੈ ਕਿ ਸਾਡੀ ਚੋਣ ਤੋਂ ਬਾਅਦ ਜਿਹੜੇ ਨੇ ਸਾਡੇ ਸਿਆਸਤਦਾਨ ਨੇ ਉਹ ਬੇਈਮਾਨ ਹੋ ਜਾਂਦੇ ਨੇ, ਕਿ ਕਿੱਥੇ ਖੜੋਤ ਆਈ ਹੈ? ਤੁਸੀਂ ਇਹਦੇ ਲੰਮਾ ਸਮਾਂ ਦੇ 'ਤੇ ਰਿਸਰਚ ਵੀ ਕੀਤੀ ਹੈ, ਤੁਸੀਂ ਇਹ ਦੇਖਿਆ ਕਿ ਇਹਦੇ ਵਿੱਚੋਂ ਨਿਕਲ ਕੇ ਕਿੱਥੇ ਬਜਟ ਵਿਗੜ ਰਿਹਾ ਹੈਗਾ। ਬਜਟ ਤਾਂ ਜਿਹੜਾ ਸਰਕਾਰਾਂ ਵੀ ਬਣਾ ਰਹੀਆਂ ਨੇ ਕਿ ਕੀ ਨਿਕਲ ਕੇ ਸਾਹਮਣੇ ਆਈਆਂ ਕੁਝ ਚੀਜ਼ਾਂ ਕਿ ਪਹਿਲਾਂ ਕਿਸੇ ਟਾਈਮ ਦੇ ਉੱਤੇ ਕਿੰਨਾ ਬਜਟ ਸੀ, ਅੱਜ ਕਿੰਨਾ ਬਜਟ ਹੈਗਾ, ਸਰਕਾਰ ਦਾ ਬਜਟ ਵਧਿਆ ਕਿ ਨਹੀਂ ਵਧਿਆ, ਪੋਪੂਲੇਸ਼ਨ ਕਿੰਨੀ ਕੁ ਵਧੀ ਕਿ ਨਹੀਂ ਵਧੀ, ਇਹ ਕੁਝ ਰਿਸਰਚ ਸਾਹਮਣੇ ਨਿਕਲਿਆ? ਦੇਖੋ ਇਹਦੇ 'ਚ ਕੁਝ ਗੱਲਾਂ ਬੜੀਆਂ ਅਨਫੋਰਚੂਨੇਟ ਨੇ। ਜਿਵੇਂ ਸਰਕਾਰਾਂ ਦੇ ਜਿਹੜੇ ਬਜਟ ਨੇ ਉਹ ਹੈਲਥ ਨੂੰ ਲੈ ਕੇ ਹਮੇਸ਼ਾ ਹੀ ਘਟ ਰਹੇ ਨੇ। ਜੇ ਆਪਾਂ ਕਹਿ ਦਈਏ ਤਾਂ 1.5% ਆਫ GDP ਜਿਹੜਾ ਹੈ ਸਰਕਾਰਾਂ ਇਹੀ ਖਰਚ ਕਰਦੀਆਂ ਹੈਗੀਆਂ ਹੈਲਥ ਉੱਤੇ, ਤੇ ਹੈਲਥ ਕਦੇ ਵੀ ਮੈਨੂੰ ਲੱਗਦਾ ਹੈ ਵੀ ਉਨੀ ਜ਼ਿਆਦਾ ਵੱਡੀ ਪ੍ਰਾਇੋਰਟੀ ਨਹੀਂ ਰਹੀ। ਜਦ ਕਿ ਘਰ ਦੀ GDP ਦੇ ਉੱਤੇ ਜਿਹੜਾ ਉਹ ਸਾਰਾ ਦਾ ਸਾਰਾ 15% ਤੱਕ ਪਹੁੰਚ ਗਿਆ। ਹਾਂਜੀ, ਉਹ 15% ਆਫ ਆਪਾਂ ਮੰਥਲੀ ਕੰਜ਼ੰਪਸ਼ਨ ਕਹਿ ਦਿੰਦੇ ਹਾਂ। ਤੇ ਹੁਣ ਇਹ ਤੁਸੀਂ ਦੇਖੋ ਵੀ ਇਹਦੇ 'ਚ ਇੱਕ ਹੋਰ ਗੱਲ ਵੀ ਹੈ ਵੀ ਜਿੰਨਾ ਵੀ ਮੰਨ ਲਓ ਜੇ ਆਪਾਂ ਟੋਟਲ ਖਰਚ ਕੱਢ ਲਈਏ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਆਪਾਂ ਜੇ ਕਹੀਏ ਵੀ ਹੈਲਥ ਉੱਤੇ ਕਿੰਨਾ ਖਰਚ ਹੋ ਰਿਹਾ, ਤਾਂ ਉਹਦਾ ਜਿਹੜਾ ਮੈਕਸਿਮਮ ਜਿਹੜਾ ਹਿੱਸਾ ਹੈ, ਮੈਕਸਿਮਮ ਕੰਟਰੀਬਿਊਸ਼ਨ ਹੈ ਉਹ ਪ੍ਰਾਈਵੇਟ ਸੈਕਟਰ ਕਰ ਰਿਹਾ। ਮਤਲਬ ਕਿ ਤੁਹਾਡੇ ਮੇਰੇ ਵਰਗੇ ਬੰਦੇ ਕਰ ਰਹੇ ਨੇ, ਹਾਊਸ ਹੋਲਡ ਕਰ ਰਹੇ ਨੇ। ਸਰਕਾਰਾਂ ਦਾ ਉਹਨਾਂ ਜਿਹੜਾ ਪ੍ਰੋਐਕਟਿਵ ਰੋਲ ਕਦੇ ਵੀ ਨਹੀਂ ਰਿਹਾ ਹੈਲਥ ਐਕਸਪੈਂਡੀਚਰ ਨੂੰ ਲੈ ਕੇ, ਜੋ ਕਿ ਬੜੀ ਅਨਫੋਰਚੂਨੇਟ ਗੱਲ ਹੈ। ਫਿਰ ਸਰਕਾਰਾਂ ਨੇ ਬੜੇ ਹੀ ਉਹ ਆਪਦੀ ਜ਼ਿੰਮੇਵਾਰੀ ਨੂੰ ਖਤਮ ਕਰਨ ਲਈ, ਜਿਵੇਂ ਆਪਾਂ ਕਹਿ ਦਈਏ ਪ੍ਰਾਈਵੇਟ ਸੈਕਟਰ ਐਂਟਰ ਹੋ ਗਿਆ ਜੀ, ਉੱਤੋਂ ਪ੍ਰਾਈਵੇਟ ਸੈਕਟਰ ਐਂਟਰ ਹੋਇਆ, ਉਹ ਹੁਣ ਆਪਦੇ ਜਿਵੇਂ ਇੱਕ ਮਾਰਕੀਟ ਕੰਮ ਕਰਦੀ ਆ ਉਵੇਂ ਉਹ ਕੰਮ ਕਰ ਰਹੇ। ਉਹਦੇ ਲਈ ਜਿਹੜਾ ਹੈ ਪ੍ਰਾਇੋਰਟੀ ਹੈਲਥ ਬੰਦੇ ਨੂੰ ਠੀਕ ਕਰਨਾ ਨਹੀਂ ਹੈਗਾ ਉਹਨਾਂ ਲਈ ਪ੍ਰਾਇੋਰਟੀ। ਉਹਨਾਂ ਲਈ ਪ੍ਰਾਇੋਰਟੀ ਇਹ ਹੈਗਾ ਵੀ ਮੈਂ ਪੈਸਾ ਕਿਵੇਂ ਕਮਾਉਣਾ, ਪ੍ਰੋਫਿਟ ਕਿਵੇਂ ਕੱਢਣਾ। ਤੁਸੀਂ ਇਹ ਦੇਖੋ ਵੀ ਰਾਈਟ ਟੂ ਐਜੂਕੇਸ਼ਨ ਐਕਟ ਆਇਆ, ਬੜਾ ਤੁਸੀਂ ਅਖਬਾਰਾਂ 'ਚ ਵੀ ਪੜ੍ਹਦੇ ਹੋਵੋਗੇ, ਸਾਰੇ ਪਾਸੇ ਪੜ੍ਹਦੇ ਹੋਵੋਗੇ ਵੀ ਰਾਈਟ ਟੂ ਐਜੂਕੇਸ਼ਨ, ਹਰ ਬੰਦੇ ਨੂੰ ਪੜ੍ਹਨ ਦਾ ਹੱਕ ਹੈ।
ਰਾਈਟ ਟੂ ਹੈਲਥ ਕਿੱਥੇ ਹੈ ਜੀ? ਉਹ ਹਾਲੇ ਤੱਕ ਹੈ ਹੀ ਨਹੀਂ। ਤੇ ਜਿੱਥੇ ਤੱਕ ਹੱਕ ਹੈ ਬੰਦੇ ਦਾ, ਇਹ ਬੁਨਿਆਦੀ ਹੱਕ ਹੈ, ਤੇ ਇਹਦੀ ਜਿਹੜਾ ਹੈ ਆਪਣੇ ਲੋਕ ਵੀ ਇਸ ਚੀਜ਼ ਬਾਰੇ ਅਵੇਅਰ ਨਹੀਂ ਵੀ। ਜਦ ਕਿ ਇਹ ਰਾਈਟ ਟੂ ਐਜੂਕੇਸ਼ਨ ਤੋਂ ਪਹਿਲਾਂ ਹੋਣਾ ਚਾਹੀਦਾ ਸੀ। ਇਹ ਚੀਜ਼ ਰਾਈਟ ਟੂ ਹੈਲਥ ਜਿਹੜਾ ਇਹ ਰਾਈਟ ਟੂ ਐਜੂਕੇਸ਼ਨ ਤੋਂ ਪਹਿਲਾਂ ਹੋਣਾ ਚਾਹੀਦਾ। ਬੰਦਾ ਜਿੰਦਾ ਹੋਏਗਾ ਤਾਂ ਹੀ ਪੜ੍ਹੇਗਾ ਕੁਝ। ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਹੈਲਥ ਮੈਨੂੰ ਲੱਗਦਾ ਹੈ ਵੀ ਪੁਰਾਣੀ ਜਿਹੜੀ ਅੰਗਰੇਜ਼ੀ ਦੀ ਉਹ ਗੱਲ ਹੈਗੀ ਵੀ ਹੈਲਥ ਇਜ਼ ਵੈਲਥ, ਉਹ ਗੱਲ ਤਾਂ ਮਤਲਬ ਕਿ ਤੁਸੀਂ ਇਹ ਦੇਖੋ ਰਾਈਟ ਟੂ ਐਜੂਕੇਸ਼ਨ ਕੀਤਾ, ਰਾਈਟ ਟੂ ਹੈਲਥ ਤਾਂ ਰੁਲਿਆ ਪਿਆ। ਤੇ ਉਹ ਹੁਣ ਕਰੋਨਾ ਦੇ ਟਾਈਮ 'ਚ ਆਪਾਂ ਦੇਖ ਵੀ ਲਿਆ ਵੀ ਕੀ ਹਾਲਾਤ ਬਣੇ ਨੇ, ਕੀ ਹੋਇਆ ਆਪਣੇ ਹੈਲਥ ਸਿਸਟਮ ਦਾ, ਕੀ ਹਾਲ ਹੋਇਆ। ਤੇ ਇਹ ਜਿਹੜਾ ਹੈ ਵੀ ਇਹਦੇ ਬਾਰੇ ਲੋਕ ਵੀ ਅਵੇਅਰ ਨਹੀਂ ਹੈਗੇ। ਇਹ ਆਪਣੇ ਕਦੇ ਵੀ ਤੁਸੀਂ ਇਹ ਦੇਖੋ ਵੀ ਆਪਾਂ ਜੇ ਪਿਛਲੇ 70-80 ਸਾਲਾਂ ਤੋਂ ਜਿੰਨੇ ਵੀ ਇਲੈਕਸ਼ਨ ਹੋਏ, ਚਾਹੇ ਆਪਾਂ ਸਟੇਟ ਗੌਰਮੈਂਟ ਦੇ ਕਹਿ ਲਈਏ, ਪੰਜਾਬ ਦੇ ਕਹਿ ਲਈਏ ਜਾਂ ਸੈਂਟਰ ਗੌਰਮੈਂਟ ਦੇ ਕਹਿ ਲਈਏ, ਉਹਨਾਂ ਦੇ ਮੈਨੀਫੈਸਟੋ ਹੀ ਚੱਕ ਲਈਏ ਆਪਾਂ, ਇੱਕ ਰਿਸਰਚ ਹੀ ਕਰ ਲਈਏ ਮਿੰਨੀ ਛੋਟੀ ਵੀ ਆਪਾਂ ਮੈਨੀਫੈਸਟੋ ਚੱਕ ਲਈਏ, ਤਾਂ ਆਪਾਂ ਇਹ ਦੇਖਦੇ ਹਾਂ ਵੀ ਕਿੰਨੇ ਕੁ ਬੰਦਿਆਂ ਨੇ ਵਾਅਦਾ ਕੀਤਾ ਤੇ ਵਾਅਦਾ ਪੂਰਾ ਕੀਤਾ ਕਿ ਅਸੀਂ ਹੈਲਥ ਉੱਤੇ ਜਿਹੜਾ ਹੈ ਐਕਸਪੈਂਡੀਚਰ ਵਧਾਵਾਂਗੇ ਗੌਰਮੈਂਟ ਵੱਲੋਂ। ਉਹ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੂਰਾ ਕੀਤਾ। ਪਰ ਇੱਕ ਹੋਰ ਵੀ ਹੈ ਡਾਕਟਰ ਸਾਹਿਬ ਨਾਲ ਇਹਦੇ 'ਚ, ਜਿੰਨੇ ਵੀ ਮੁੱਦੇ ਬਣੇ, ਜਿੰਨੇ ਵੀ ਹੁਣ ਤੱਕ 72 ਸਾਲਾਂ ਦੇ ਇਤਿਹਾਸ ਦੇ ਵਿੱਚ, ਆਜ਼ਾਦੀ ਦੇ ਇਤਿਹਾਸ ਦੇ ਵਿੱਚ ਜਿੰਨੇ ਵੀ ਮੁੱਦੇ ਬਣੇ, ਉਹਨਾਂ 'ਚ ਇਹ ਵੀ ਚੱਕ ਕੇ ਦੇਖਣਾ ਪਏਗਾ ਵੀ ਹੈਲਥ ਨੂੰ ਕਿੰਨੀ ਕੁ ਵਾਰ ਮੁੱਦਾ ਬਣਾਇਆ ਗਿਆ। ਹੈਲਥ ਨੂੰ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਵਾਰ ਮੁੱਦਾ ਬਣਾਇਆ ਗਿਆ। ਨਹੀਂ, ਹੈਲਥ ਨੂੰ ਕਦੇ ਵੀ ਬਹੁਤ ਜ਼ਿਆਦਾ ਇੰਪੋਰਟੈਂਸ ਕਦੇ ਵੀ ਨਹੀਂ ਦਿੱਤੀ ਗਈ। ਪਬਲਿਕ ਨੇ ਵੀ ਇੰਟਰਸਟ ਨਹੀਂ ਲਿਆ। ਪਰ ਮੈਨੂੰ ਇਹ ਲੱਗਦਾ ਵੀ ਜਿਹੜਾ ਹੁਣ ਕਰੋਨਾ ਨੇ ਜਿਵੇਂ ਸਾਨੂੰ ਬੈਡਲੀ ਹਿੱਟ ਕੀਤਾ, ਤਾਂ ਜਿਵੇਂ ਸਾਡੀ ਇਕੋਨਮੀ ਨੂੰ ਡਿਸਟਰਬ ਕੀਤਾ ਹੈ, ਜਿਵੇਂ ਸਾਡੇ ਮਤਲਬ ਕਿ ਹਾਲਾਤ ਹੋਏ ਨੇ ਦੇਸ਼ ਦੇ, ਤਾਂ ਮੈਨੂੰ ਲੱਗਦਾ ਵੀ ਲੋਕ ਹੁਣ ਇਸ ਚੀਜ਼ ਤੋਂ ਅਵੇਅਰ ਹੋਣਗੇ, ਇਸ ਚੀਜ਼ ਤੋਂ ਸਬਕ ਲੈਣਗੇ, ਤੇ ਆਉਣ ਵਾਲੇ ਸਮੇਂ ਵਿੱਚ ਹੈਲਥ ਵੀ ਇੱਕ ਕਰੂਸ਼ਲ ਮੁੱਦਾ ਜਿਹੜਾ ਹੈ ਉਹ ਉੱਭਰੇਗਾ। ਤੇ ਜਿਹੜੀ ਸਾਡੀ ਸਿਵਲ ਸੁਸਾਇਟੀ ਹੈ, ਜਿਹੜੀ ਸਾਡੇ ਲੋਕ ਸੋਸ਼ਲ ਵਰਕਰਸ ਨੇ, ਉਹ ਵੀ ਇਹ ਚੀਜ਼ ਨੂੰ ਮੁੱਦਾ ਉਠਾਉਣ। NGOs ਨੇ, ਈਵਨ ਇਲੈਕਸ਼ਨ ਦੇ ਵਿੱਚ ਵੀ ਜਦੋਂ ਮੈਨੀਫੈਸਟੋ ਜਾਰੀ ਹੁੰਦੇ, ਆਪਾਂ ਲੋਕਾਂ ਨੂੰ ਵੀ ਇਸ ਚੀਜ਼ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ ਵੀ ਭਾਈ ਹੈਲਥ ਦੀ ਗੱਲ ਕਰੋ। ਤੁਸੀਂ ਸਾਡੇ ਕਿੰਨੇ ਹਸਪੀਟਲ ਬਣਵਾਤੇ, ਸਾਡੇ ਕਿੰਨੇ ਕੁ ਡਾਕਟਰਾਂ ਨੂੰ ਅਪੁਆਇੰਟ ਕਰਤਾ, ਸਾਡਾ ਜਿਹੜਾ ਕਈ ਤਾਂ ਇਹ ਫਨੀ ਇੰਸੀਡੈਂਟ ਹੋਏ, ਅਨਫੋਰਚੂਨੇਟ ਇੰਸੀਡੈਂਟ ਹੋਏ ਵੀ ਆਪਾਂ ਮਸ਼ੀਨਾਂ ਮੰਗਾ ਲਈਆਂ, ਸਭ ਕੁਝ ਕਰਾ ਲਿਆ, ਉਹ ਮਸ਼ੀਨਾਂ ਨੂੰ ਚਲਾਉਣ ਵਾਲਾ ਬੰਦਾ ਟ੍ਰੇਨਡ ਕੁਆਲੀਫਾਈਡ ਬੰਦਾ ਨਹੀਂ, ਖਰਾਬ ਹੋ ਜਾਏ ਤਾਂ ਉਹਨੂੰ ਮੇਨਟੇਨੈਂਸ ਨਹੀਂ ਹੈ। ਸੋ ਦਿਸ ਇਜ਼ ਕੁਆਇਟ ਅਨਫੋਰਚੂਨੇਟ। ਮਤਲਬ ਕਿ ਇੱਥੇ ਆਪਣੇ ਲਈ ਬੈਠ ਕੇ ਗੱਲ ਕਰਨਾ ਬਹੁਤ ਈਜ਼ੀ ਹੈ, ਪਰ ਜਦੋਂ ਕਿਸੇ ਦਾ ਬੰਦਾ ਦੀ ਮੌਤ ਹੋ ਜਾਂਦੀ ਹੈ, ਉਹ ਛੋਟੀ ਜਿਹੀ ਜਿਹਨੂੰ ਕਹਿੰਦੇ ਬੇਵਕੂਫੀ ਕਰਕੇ, ਤਾਂ ਉਹ ਇੱਕ ਬਹੁਤ ਵੱਡਾ ਲਾਸ ਹੈ। ਤੁਸੀਂ ਦੇਸੀ ਜਿਹੀ ਭਾਸ਼ਾ 'ਚ ਲਾਓ ਵੀ ਆਮ ਤੌਰ 'ਤੇ ਕਹਿੰਦੇ ਆ ਵੀ ਜ਼ਿੰਦਗੀ ਦੀ ਆਪਣੀ ਜਿਹੜੀ ਹੈ ਵੀ ਕੋਈ ਉਹ ਨਹੀਂ ਹੈਗੀ, ਕੀਮਤ ਨਹੀਂ ਹੈਗੀ, ਆਪਾਂ ਲਾ ਨਹੀਂ ਸਕਦੇ। ਉਹ ਘਟੀਆ ਗੱਲ ਹੈ ਜੇ ਆਪਾਂ ਜ਼ਿੰਦਗੀ ਦੀ ਕੀਮਤ ਲਾਉਂਦੇ ਹਾਂ। ਪਰ ਫਿਰ ਵੀ ਆਪਾਂ ਇੱਕ ਦੇਸੀ ਆંકੜਾ ਲਾਈਏ। ਦੇਸੀ ਆંકੜਾ ਮੈਂ ਇਹ ਕਹਿੰਦਾ ਵੀ ਸਰਕਾਰਾਂ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਜਾਂ ਰੇਲਵੇ ਐਕਸੀਡੈਂਟ ਹੁੰਦਾ ਹੈ, ਗ੍ਰਾਂਟ ਤੋਂ ਦੇਖਿਆ ਜਾਵੇ, ਹਾਂ, ਉਹ ਇੱਕ ਕੰਪਨਸੇਸ਼ਨ ਦਿੰਦੀ ਹੈ ਨਾ, 5 ਲੱਖ ਰੁਪਈਆ ਜਾਂ 6 ਲੱਖ ਰੁਪਈਆ। ਜੇ ਆਪਾਂ ਨੂੰ ਐਕਚੁਅਲ ਫਿਗਰ ਮਿਲ ਜਾਏ ਵੀ ਕਰੋਨਾ ਕਰਕੇ ਕਿੰਨੀਆਂ ਮੌਤਾਂ ਹੋਈਆਂ, ਉਹਨੂੰ 5 ਲੱਖ ਨਾਲ ਗੁਣਾ ਕਰ ਲਈਏ ਆਪਾਂ, ਤਾਂ ਮੈਨੂੰ ਲੱਗਦਾ ਹੈ ਵੀ ਇੱਕ ਆਮ ਬੰਦਾ ਜਿਹੜਾ ਦੇਸ਼ ਦਾ, ਉਹਨੂੰ ਰਾਤ ਨੂੰ ਨੀਂਦ ਨਹੀਂ ਆਊਗੀ ਉਹ ਫਿਗਰ ਨਾਲ। ਤਾਂ ਉਹ ਬੜਾ ਹੀ ਅਨਫੋਰਚੂਨੇਟ ਹੈ। ਤੇ ਡਾਕਟਰ ਸਾਹਿਬ, ਸਰਕਾਰਾਂ ਤਾਂ ਜਿਹੜੀਆਂ ਮੈਨੀਫੈਸਟੋ ਦੀ ਤੁਸੀਂ ਗੱਲ ਕੀਤੀ ਹੈ, ਮੈਨੀਫੈਸਟੋ ਤਾਂ ਜਿਹੜਾ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਵੀ ਕੀਤੇ ਗਏ ਸੀਗੇ ਵੀ ਅਸੀਂ ਆਹ ਕਰ ਦਿਆਂਗੇ। ਮੈਨੀਫੈਸਟੋ ਤਾਂ ਜਿਹੜਾ ਸੀ ਆਪਾਂ ਜਿਹੜੇ ਘਰ ਘਰ ਨੌਕਰੀ ਦੇਣ ਦੇ ਵੀ ਕੀਤੇ ਸੀ। ਮੈਨੀਫੈਸਟੋ ਤਾਂ ਆਪਾਂ ਨੇ ਜਿਹੜੇ ਸੀ ਘਰ ਘਰ ਜਿਹੜੇ ਹੋਰ ਰੁਜ਼ਗਾਰ ਦੇਣ ਦੇ ਵੀ ਕੀਤੇ ਸੀ। ਮੈਨੀਫੈਸਟੋ ਤਾਂ ਆਪਾਂ ਜਿਹੜੇ ਕਰਜ਼ੇ ਖਤਮ ਕਰਨ ਦੇ ਵੀ ਕੀਤੇ ਸੀਗੇ। ਪਰ ਸਰਕਾਰਾਂ ਜਾਂ ਸਿਆਸਤਦਾਨਾਂ ਦੀ ਆਪਾਂ ਗੱਲ ਛੱਡੀਏ, ਪਰਿਵਾਰਾਂ ਦੀ ਗੱਲ ਕਰੀਏ, ਆਪਾਂ ਆਪਣੇ ਆਪ ਦੀ ਗੱਲ ਕਰੀਏ, ਆਪਾਂ ਆਪ ਕਿਵੇਂ ਬਚ ਸਕਦੇ ਹਾਂ? ਕਿਉਂਕਿ ਸਾਨੂੰ ਜਿਹੜਾ ਬਿਮਾਰੀਆਂ ਦਾ ਦੈਂਤ ਹੈ ਉਹ ਸਾਨੂੰ ਖਾਣ ਨੂੰ ਲਗਾਤਾਰ ਅੱਗੇ ਵੱਧ ਰਿਹਾ, ਅਤੇ ਉਹਦੇ ਲਈ ਜਦੋਂ ਤੱਕ ਸਾਡਾ ਆਪਣਾ ਬਜਟ ਨਹੀਂ ਹੋਏਗਾ ਸਾਡੇ ਕੋਲ, ਉਦੋਂ ਤੱਕ ਅਸੀਂ ਆਪ ਨਹੀਂ ਬਚ ਸਕਦੇ। ਸਰਕਾਰਾਂ ਸਾਨੂੰ ਬਚਾਉਣ ਦੇ ਲਈ ਅੱਗੇ ਨਹੀਂ ਆਉਣਗੀਆਂ। ਇਹ ਤਾਂ ਇਹਨਾਂ ਦੇ ਵਿੱਚ ਜਿਹੜਾ ਸਿਸਟਮ ਬੈਠਾ ਹੈ ਉਹ ਤਾਂ ਉਸ ਨੂੰ ਸੁਧਾਰਨ ਲੱਗਿਆ ਮੈਨੂੰ ਨਹੀਂ ਲੱਗਦਾ ਕਿ ਇਹ ਅੱਜ ਦੇ ਆંકੜੇ ਦੇਖੇ ਜਾਣ ਤਾਂ ਲੋਕ ਇਸੇ ਕਰਕੇ ਸ਼ਾਇਦ ਭੱਜ ਕੇ ਬਾਹਰਲੇ ਦੇਸ਼ਾਂ ਨੂੰ ਉੱਡੇ ਜਾ ਰਹੇ ਨੇ। ਆਪਾਂ ਆਪਣਾ ਬਜਟ ਜਿਹੜਾ ਉਹ ਕਿਸ ਤਰੀਕੇ ਨਾਲ ਬਣਾਈਏ ਤਾਂ ਕਿ ਜੇਕਰ ਸਾਡੇ ਤੇ ਕੋਈ ਮੁਸੀਬਤ ਆ ਵੀ ਜਾਂਦੀ ਹੈ ਤਾਂ ਅਸੀਂ ਜਿਹੜਾ ਉਸ ਦਾ ਸਾਹਮਣਾ ਕਰੀਏ ਅਤੇ ਸਾਨੂੰ ਜਿਹੜਾ ਅਸੀਂ ਬਰਬਾਦ ਨਾ ਹੋ ਜਾਈਏ। ਮੈਂ ਇਸ ਚੀਜ਼ ਬਾਰੇ ਇੱਕ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦਊਂਗਾ। ਮੇਰੇ ਇੱਕ ਅੰਕਲ ਜੀ ਨੇ, ਤਾਂ ਉਹ ਬੜੇ ਸੰਜੀਦਾ ਨੇ, ਬੜੇ ਖੁਸ਼ ਰਹਿਣ ਵਾਲੇ ਤੇ ਬੰਦੇ ਨੇ। ਉਹ ਅਕਸਰ ਮਜ਼ਾਕ ਕਰਦੇ ਆ ਵੀ ਮੈਂ ਨਾ ਹੁਣ 60 ਦਾ ਹੋ ਗਿਆ, 70 ਦਾ ਹੋ ਗਿਆ, ਤਾਂ ਮੈਂ ਨਾ ਜਦੋਂ ਮੈਂ ਜਵਾਨ ਸੀ 30-35 ਸਾਲ ਦਾ ਸੀ, ਉਦੋਂ ਮੈਂ ਪੈਸੇ ਜੋੜਨੇ ਸ਼ੁਰੂ ਕਰਦੇ ਸੀ ਵੀ 70 ਸਾਲ ਹੋ ਗਏ, ਜੇ ਮੈਨੂੰ ਬਿਮਾਰੀ ਫਲਾਣੀ ਹੋ ਗਈ, ਮੈਨੂੰ ਜੇ ਦਿਲ ਦਾ ਦੌਰਾ ਪਿਆ, ਤਾਂ ਮੈਂ ਆਪਦੇ ਮੁੰਡੇ ਵੱਲ ਜਾਂ ਕੁੜੀ ਵੱਲ ਜਾਂ ਆਪਦੀ ਪਿਓ ਦਾਦੇ ਦੀ ਕਮਾਈ ਵੱਲ ਨਹੀਂ ਵੇਖਣਾ, ਮੇਰੇ ਕੋਲ ਆਪਦੀ ਜਿਹੜੀ ਹੈ ਸੇਵਿੰਗ ਇੰਨੀ ਕੁ ਹੋਣੀ ਚਾਹੀਦੀ ਹੈ। ਮੈਂ ਸਰਕਾਰਾਂ ਉੱਤੇ ਮੁਹਤਾਜ ਨਹੀਂ ਹੋਣਾ, ਕਿਉਂਕਿ ਦੇਖੋ ਇਹਦੇ ਲਈ
ਸਰਕਾਰ ਜੋ ਕਰੇਗੀ ਆਪਾਂ ਨੂੰ ਖੁਦ ਨੂੰ ਸੈਲਫ ਪਲਾਨਿੰਗ ਲੈ ਕੇ ਚੱਲਣਾ ਚਾਹੀਦਾ ਹੈ। ਜਿਵੇਂ ਆਪਾਂ ਜਦੋਂ ਆਪਣੇ ਘਰ ਧੀ ਜੰਮਦੀ ਹੈ, ਮੁੰਡਾ ਜੰਮਦਾ, ਆਪਾਂ ਕਹਿ ਦਿੰਦੇ ਹਾਂ ਵੀ ਇਹਦੀ ਪੜ੍ਹਾਈ ਲਈ ਪੈਸੇ ਬਚਾਉਣੇ ਸ਼ੁਰੂ ਕਰ ਲਓ। ਮੈਨੂੰ ਲੱਗਦਾ ਇਹਦੇ ਲਈ ਵੀ ਅਵੇਅਰਨੈਸ ਆਪਣੀ ਘੱਟ ਹੈ ਵੀ ਆਪਾਂ ਨੂੰ ਇਹ ਰਿਐਲਿਟੀ ਹੈ, ਇਹ ਮਤਲਬ ਕਿ ਆਪਾਂ ਬਜ਼ੁਰਗ ਹੋਣਾ ਅਤੇ ਨਾਲ ਦੂਸਰੀ ਇਹ ਰਿਐਲਿਟੀ ਹੈ ਬਜ਼ੁਰਗ ਹੋ ਕੇ ਆਪਾਂ ਨੂੰ ਬਿਮਾਰੀਆਂ ਲੱਗਣੀਆਂ। ਜਿਸ ਤਰ੍ਹਾਂ ਦਾ ਆਪਣਾ ਲਾਈਫ ਸਟਾਈਲ ਹੈ ਉਹਦੇ ਲਈ ਆਪਾਂ ਨੂੰ ਸ਼ੁਰੂ ਤੋਂ ਸੇਵਿੰਗ ਵੀ ਉਸ ਹਿਸਾਬ ਨਾਲ ਥੋੜ੍ਹੀ ਬਹੁਤ ਇਹਦੇ ਲਈ ਆਪਣੀ ਬਿਮਾਰੀਆਂ ਲਈ ਵੀ ਕਰਨੀ ਚਾਹੀਦੀ ਹੈ, ਗਿਵਨ ਦਾ ਆਪਣੇ ਇੰਡੀਅਨ ਸਿਨੈਰੀਓ ਜਿਸ ਤਰ੍ਹਾਂ ਦੇ ਆਪਣੇ ਹਾਲਾਤ ਨੇ। ਅਤੇ ਦੂਸਰਾ ਇੱਕ ਸਭ ਤੋਂ ਵੱਡੀ ਗੱਲ ਹੈ ਪ੍ਰੀਵੈਂਟਿਵ ਹੈਲਥ ਕੇਅਰ। ਜਿਵੇਂ ਆਪਾਂ ਉਹਦੇ 'ਤੇ ਗੌਲਦੇ ਹੀ ਨਹੀਂ, ਧਿਆਨ ਹੀ ਨਹੀਂ ਦਿੰਦੇ ਹੈ ਨਾ। ਜਿਵੇਂ ਫੋਰ ਐਗਜ਼ਾਮਪਲ ਐਕਸਰਸਾਈਜ਼ ਜਾਂ ਉਹਦੇ 'ਤੇ ਇਨਵੈਸਟਮੈਂਟ ਕਰਨਾ, ਇਮਿਊਨਾਈਜੇਸ਼ਨ 'ਤੇ ਇਨਵੈਸਟਮੈਂਟ ਕਰਨਾ। ਜਦੋਂ ਮਾਂ ਪ੍ਰੈਗਨੈਂਟ ਹੈ ਉਦੋਂ ਉਹਦਾ ਧਿਆਨ ਰੱਖਣਾ ਕੁਝ ਚੀਜ਼ਾਂ ਦਾ, ਉਹਨਾਂ ਦੇ ਇਮਿਊਨਾਈਜੇਸ਼ਨ ਕਰਵਾਉਣੀ, ਇੰਜੈਕਸ਼ਨ ਲਗਵਾਉਣੇ। ਜਿਹੜੀ ਪ੍ਰੀਵੈਂਟਿਵ ਹੈਲਥ ਕੇਅਰ ਹੈ ਉਹ ਬਹੁਤ ਜ਼ਰੂਰੀ ਹੈ। ਕੀ ਹੈ, ਛੋਟੀ ਜਿਹੀ ਐਗਜ਼ਾਮਪਲ ਹੈ, ਜੇ ਤੁਸੀਂ ਇਹ ਚਸ਼ਮਾ ਨਾ ਬਣਾਓ ਅਤੇ ਤੁਸੀਂ ਬਿਨਾਂ ਚਸ਼ਮੇ ਤੋਂ 2 ਸਾਲ ਘੁੰਮਦੇ ਰਹੋ ਤਾਂ ਹੋ ਸਕਦਾ ਤੁਹਾਨੂੰ ਅੱਖਾਂ ਦੀ ਮਤਲਬ ਕਿ ਕੋਈ ਵੱਡੀ ਬਿਮਾਰੀ ਹੋ ਜਾਏ ਅਤੇ ਚਸ਼ਮੇ ਦੀ ਕੀਮਤ ਤਾਂ 300 350 ਹਜ਼ਾਰ ਰੁਪਇਆ ਹੋਏਗਾ। ਤਾਂ ਉਹ ਇਸ ਤਰੀਕੇ ਨਾਲ ਹਾਂਜੀ, ਅਤੇ ਉਹ ਇਸ ਤਰੀਕੇ ਨਾਲ ਹੈ ਕਿ ਤੁਹਾਨੂੰ ਪਲੈਨਿੰਗ ਨਾਲ ਹੀ ਚੱਲਣਾ ਪੈਣਾ। ਜਿਹੜੇ ਅੱਜ ਦੇ ਆਪਣੇ ਹਾਲਾਤ ਨੇ ਉਹਨਾਂ ਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ। ਇਹ ਹੈਲਥ ਇੰਸ਼ੋਰੈਂਸਿਸ ਨੂੰ ਜਿਹੜਾ ਉਹ ਤੁਸੀਂ ਕਿੰਨਾ ਕੁ ਕਾਰਗਰ ਮੰਨਦੇ ਹੋ ਇਹਨਾਂ ਹਾਲਾਤਾਂ ਦੇ ਵਿੱਚ? ਕਿਉਂਕਿ ਚੰਦ ਪੈਸਿਆਂ ਦਾ ਪ੍ਰੀਮੀਅਮ ਦੇ ਕੇ ਆਪਣੇ ਦਿਮਾਗ 'ਚ ਹੁੰਦਾ ਵੀ ਯਾਰ ਜੇਕਰ ਨੂੰ ਫਿਊਚਰ 'ਚ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਘੱਟੋ ਘੱਟ ਆਪਾਂ ਆਪਣੀ ਬਿਮਾਰੀ ਦਾ ਖਰਚਾ ਤਾਂ ਕੱਢ ਹੀ ਸਕਦੇ ਹਾਂ। ਕਿੰਨਾ ਕੁ ਕਾਰਗਰ ਮੰਨਦੇ ਹੋ? ਹੈਲਥ ਇੰਸ਼ੋਰੈਂਸ ਇਜ਼ ਅ ਗੁੱਡ ਥਿੰਗ। ਮੈਨੂੰ ਇਹ ਲੱਗਦਾ ਕਿ ਇਹ ਚੰਗੀ ਚੀਜ਼ ਹੈ। ਆਪਾਂ ਨੂੰ ਇੱਕ ਆਦਤ ਪਾਉਣੀ ਚਾਹੀਦੀ ਹੈ ਵੀ ਆਪਾਂ ਹੈਲਥ ਇੰਸ਼ੋਰੈਂਸ ਕਰ ਲਈਏ ਅਤੇ ਕਰਵਾਉਣਾ ਚਾਹੀਦਾ ਆਪਾਂ ਨੂੰ। ਉਹਦੇ 'ਚ ਬਹੁਤ ਇਫੈਕਟਿਵਨੈਸ ਇਹ ਹੋਈ ਵੀ ਜਿਵੇਂ ਕਹਿ ਦਈਏ ਵੀ ਕੋਈ ਬੰਦਾ ਬਿਮਾਰ ਹੋਇਆ ਤਾਂ ਉਹਨੂੰ 5-7 ਲੱਖ ਦੀ ਮਦਦ ਮਿਲ ਗਈ। ਜਿਵੇਂ ਕੈਪਿੰਗ ਆਮ ਤੌਰ 'ਤੇ ਹੈਲਥ ਦੀ 5 ਲੱਖ ਦੀ ਉਹ ਕਰਦੇ ਆ, ਪਰ ਉਹਦੇ ਵਿੱਚ ਵੀ ਆਪਾਂ ਨੂੰ ਇੱਕ ਚੀਜ਼ ਹੋਰ ਅਵੇਅਰਨੈਸ ਕਰਨੀ ਚਾਹੀਦੀ ਹੈ ਲੋਕਾਂ ਨੂੰ ਵੀ ਜਦੋਂ ਹੈਲਥ ਇੰਸ਼ੋਰੈਂਸ ਤੁਸੀਂ ਕਰਾਉਣਾ ਹੈ ਤਾਂ ਉਹਦੇ ਤੋਂ ਸਵਾਲ ਪੁੱਛੇ ਜਾਣ। ਜਿਵੇਂ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣ? ਫੋਰ ਐਗਜ਼ਾਮਪਲ ਵੀ ਮੈਨੂੰ ਮੈਕਸਿਮਮ ਕੈਪਿੰਗ ਕਿੰਨੀ ਹੈ ਅਤੇ ਕੀ ਮੇਰੇ ਬਜ਼ੁਰਗ ਮਾਂ ਪਿਓ ਉਹਦੇ ਵਿੱਚ ਇੰਕਲੂਡ ਨੇ ਜਾਂ ਨਹੀਂ ਨੇ, ਮੇਰੇ ਕਿੰਨੇ ਜਿਹੜੇ ਜੀ ਨੇ ਉਹਦੇ 'ਚ ਇੰਕਲੂਡ ਨੇ। ਫਿਰ ਦੂਸਰਾ ਸਭ ਤੋਂ ਵੱਡੀ ਗੱਲ ਹੈ, ਆਮ ਤੌਰ 'ਤੇ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਹੈਲਥ ਇੰਸ਼ੋਰੈਂਸ ਦੇ ਮਾਮਲੇ ਵਿੱਚ ਕਿ ਬਈ ਮੈਂ ਹੁਣ ਬੀਮਾ ਲੈ ਲਿਆ, ਹੁਣ ਮੈਂ ਡਾਕਟਰ ਕੋਲ ਜਾਊਂਗਾ, ਇਲਾਜ ਕਰਾਊਂਗਾ, ਉਹ ਬੀਮੇ ਵਾਲਿਆਂ ਨੂੰ ਪੈਸੇ ਦੇ ਦੂੰ। ਇਹ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਅਕਸਰ ਜਿੰਨੇ ਹੈਲਥ ਇੰਸ਼ੋਰੈਂਸ ਨੇ ਇੰਡੀਆ ਵਿੱਚ ਉਹ ਸਿਰਫ ਹੌਸਪੀਟਲਾਈਜੇਸ਼ਨ ਕਾਸਟ ਨੂੰ ਕਵਰ ਕਰਦੇ ਆ। ਮਤਲਬ ਕਿ ਤੁਸੀਂ ਜੇ ਹਸਪਤਾਲ ਦਾਖਲ ਹੋਏ, ਰਾਤ ਉੱਥੇ ਰੁਕੇ ਤਾਂ ਉਹ ਜਿਹੜਾ ਖਰਚਾ ਹੋਊਗਾ ਉਹ ਕਵਰ ਕਰੂਗੀ ਉਹ ਕੰਪਨੀ, ਨਾ ਕਿ ਤੁਸੀਂ ਜਾ ਕੇ OPD ਜਿਹਨੂੰ ਆਪਾਂ ਕਹਿੰਦੇ ਹਾਂ ਵੀ ਤੁਸੀਂ ਗਏ, ਚੈੱਕਅਪ ਕਰਾਇਆ, ਐਕਸਰੇ ਉਕਸਰੇ ਕਰਾਇਆ, ਦਵਾਈ ਲਈ ਵਾਪਸ ਆ ਗਏ। ਉਸ ਤਰ੍ਹਾਂ ਦਾ ਕੰਮ ਜਿਹੜਾ ਹੈ ਉਹ ਕਵਰ ਨਹੀਂ ਹੁੰਦਾ ਆਮ ਤੌਰ 'ਤੇ ਹੈਲਥ ਇੰਸ਼ੋਰੈਂਸ ਦੇ ਵਿੱਚ। ਤਾਂ ਇਹ ਵੀ ਇੱਕ ਮਿਸਕਨਸੈਪਸ਼ਨ ਬਣੀ ਹੋਈ ਹੈ ਵੀ ਬੀਮਾ ਕਰਾ ਲਿਆ ਹੈਲਥ ਵਾਲਾ, ਹੁਣ ਬਿਮਾਰੀ ਹੋਵੇ, ਕੁਝ ਮਰਜ਼ੀ ਹੋਵੇ ਅਤੇ ਜਿਹੜਾ ਹੈ ਵੀ ਉੱਥੇ ਜਾ ਕੇ ਸਾਡਾ ਇਲਾਜ ਮੁਫਤ 'ਚ ਹੋ ਜਾਣਾ। ਇਸ ਤਰ੍ਹਾਂ ਦੀ ਮਿਸਕਨਸੈਪਸ਼ਨ ਨਹੀਂ ਰੱਖਣੇ ਚਾਹੀਦੇ। ਅਤੇ ਹੈਲਥ ਇੰਸ਼ੋਰੈਂਸ ਵਰਗੀ ਚੀਜ਼ ਹੈ ਉਹਦੇ ਜਿਹੜੇ ਪਾਲਿਸੀ ਡਾਕੂਮੈਂਟਸ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਨੁਕਤੇ ਨੇ ਉਹ ਤੁਸੀਂ ਆਪਣੇ ਏਜੰਟ ਨੂੰ ਜ਼ਰੂਰ ਪੁੱਛੋ ਵੀ ਮੈਨੂੰ ਮੈਕਸਿਮਮ ਕਵਰੇਜ ਕਿੰਨੀ ਹੈਗੀ ਹੈ ਅਤੇ ਕਿੰਨੇ ਇੱਕ ਇਹ ਵੀ ਵਹਿਮ ਬਣਿਆ ਹੋਇਆ ਹੈ। ਜਿਵੇਂ ਕਈ ਵਾਰੀ ਅਸੀਂ ਗੱਲਾਂ ਕਰਦੇ ਹਾਂ ਵੀ ਇੱਕ ਵਾਰੀ ਹੈਲਥ ਇੰਸ਼ੋਰੈਂਸ ਕਰਾ ਲਿਆ ਅਤੇ ਬਸ ਉਹ ਉਹਦੀ ਇੱਕ ਟਾਈਮ ਪੀਰੀਅਡ ਹੁੰਦਾ, ਜਿਵੇਂ 1 ਸਾਲ ਦਾ ਹੈ ਨਾ, ਤਾਂ ਉਹਨੂੰ ਹਰ ਸਾਲ ਤੁਹਾਨੂੰ ਰੀਨਿਊ ਵੀ ਕਰਾਉਣਾ ਪੈਂਦਾ। ਤਾਂ ਇਸ ਤਰ੍ਹਾਂ ਦੀ ਚੀਜ਼ਾਂ ਦਾ ਜਿਹੜਾ ਹੈ ਤੁਹਾਨੂੰ ਧਿਆਨ ਰੱਖਣਾ ਪੈਂਦਾ ਅਤੇ ਇਸ ਹਿਸਾਬ ਨਾਲ ਤੁਸੀਂ ਆਪਣੀ ਬਜਟਿੰਗ ਕਰ ਸਕਦੇ ਹੋ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਪਲੇਜ਼ਰ ਇਜ਼ ਮਾਈਨ। ਸੋ ਇਹ ਸਨ ਡਾਕਟਰ ਸੁਮਿਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਅੰਦਰ ਇਕੋਨੋਮਿਕ ਡਿਪਾਰਟਮੈਂਟ ਦੇ ਹੈੱਡ ਨੇ। ਇਹਨਾਂ ਨੇ ਜਿਹੜਾ ਹੈਲਥ ਉੱਤੇ ਜਿਹੜਾ ਹੈਲਥ ਬਜਟ ਜਿਹੜਾ ਉਹ ਕਿਸ ਤਰ੍ਹਾਂ ਵਿਗੜ ਜਾਂਦਾ ਉਹਦੇ ਉੱਤੇ PhD ਕੀਤੀ ਹੋਈ ਵਿਸ਼ੇ ਦੇ ਉੱਤੇ। ਅਤੇ ਇਹਨਾਂ ਤੋਂ ਅੱਜ ਆਪਾਂ ਇਹ ਜਾਣਕਾਰੀ ਲਿੱਤੀ ਹੈ ਕਿ ਜਦੋਂ ਇਨਸਾਨ ਬਿਮਾਰ ਹੁੰਦਾ ਤਾਂ ਉਹਦਾ ਪਹਿਲਾ ਬਜਟ ਕਿੰਨਾ ਹੁੰਦਾ, ਕਿੰਨਾ ਪੈਸਾ ਉਹਦਾ ਬਿਮਾਰੀਆਂ 'ਤੇ ਲੱਗਦਾ, ਕਿਸ ਤਰੀਕੇ ਨਾਲ ਲੱਗਦਾ, ਉਹਦੇ ਕਾਰਨ ਕੀ ਹੁੰਦੇ ਨੇ, ਬਿਮਾਰੀਆਂ ਦੇ ਵਿੱਚ ਵੱਧ ਪੈਸਾ ਲੱਗਣ ਦੇ ਕੀ ਕਾਰਨ ਹੋ ਜਾਂਦੇ ਨੇ, ਕਿਸ ਤਰ੍ਹਾਂ ਆਪਾਂ ਉਸ ਪੈਸੇ ਨੂੰ ਬਚਾ ਸਕਦੇ ਹਾਂ ਅਤੇ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਆਪਣੇ ਘਰ ਦਾ ਬਜਟ ਇਸ ਤਰੀਕੇ ਨਾਲ ਬਣਾਉਣਾ ਚਾਹੀਦਾ ਹੈ ਕਿ ਤਾਂ ਕਿ ਜੇਕਰ ਕੱਲ੍ਹ ਨੂੰ ਸਾਨੂੰ ਕੋਈ ਮੁਸੀਬਤ ਆਉਂਦੀ ਵੀ ਹੈ ਤਾਂ ਉਹ ਮੁਸੀਬਤ ਦੇ ਵਿੱਚ ਸਾਡੇ ਘਰ ਦਾ ਬਜਟ ਨਾ ਵਿਗੜੇ। ਕਿਉਂਕਿ ਸਰਕਾਰਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬਜਟ ਜਿਹੜਾ ਹੈਲਥ ਬਜਟ ਜਿਹੜਾ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਕੋਈ ਖਾਸਾ ਬਹੁਤਾ ਵਾਧਾ ਨਹੀਂ ਹੋ ਸਕਿਆ। ਲੋਕ ਸਰਕਾਰੀ ਹਸਪਤਾਲਾਂ 'ਚ ਜਾ ਰਹੇ ਨੇ, ਡਾਕਟਰ ਤਾਂ ਜ਼ਰੂਰ ਉਹਨਾਂ ਨੂੰ ਜਿਹੜੀਆਂ ਉਹਦੇ 'ਤੇ ਲਿਖ ਕੇ ਦੇ ਦਿੰਦੇ ਨੇ, ਪਰ ਦਵਾਈਆਂ ਜਿਹੜੀਆਂ ਨੇ ਉਹਨਾਂ ਨੂੰ ਬਾਜ਼ਾਰਾਂ 'ਚੋਂ ਹੀ ਲੈਣੀਆਂ ਪੈਂਦੀਆਂ ਨੇ, ਟੈਸਟ ਉਹਨਾਂ ਨੂੰ ਬਾਜ਼ਾਰਾਂ 'ਚ ਹੀ ਕਰਾਉਣੇ ਪੈ ਰਹੇ ਨੇ ਅਤੇ ਸਾਰਾ ਦਾ ਸਾਰਾ ਜਿਹੜਾ ਸਰਕਾਰੀ ਹਸਪਤਾਲਾਂ ਦੇ ਜਾਣ ਦੇ ਬਾਵਜੂਦ ਵੀ ਜਿਹੜਾ ਉਹ ਘਰ ਦਾ ਬਜਟ ਵਿਗੜ ਜਾਂਦਾ ਅਤੇ ਹਾਲਾਤ ਇੱਥੋਂ ਤੱਕ ਪਹੁੰਚ ਜਾਂਦੇ ਨੇ ਕਿ ਜਿਹੜਾ ਬੰਦਾ 10,000 ਰੁਪਏ ਕਮਾ ਰਿਹਾ ਉਹ 30,000 ਰੁਪਏ ਮਹੀਨੇ ਦਾ
ਉਸ ਨੂੰ ਬਿਮਾਰੀਆਂ 'ਤੇ ਖਰਚਣਾ ਪੈ ਜਾਂਦਾ ਹੈ, ਜਿਹਦੇ ਲਈ ਉਹ ਕੋਈ ਨਾ ਕੋਈ ਜਾਂ ਤਾਂ ਆਪਣੀ ਜਿਹੜਾ ਗਹਿਣਾ ਵੇਚ ਰਿਹਾ ਹੈ ਅਤੇ ਜਾਂ ਫਿਰ ਉਸ ਨੂੰ ਆਪਣਾ ਮਕਾਨ ਤੱਕ ਵੇਚਣ ਦੀ ਨੌਬਤ ਆ ਜਾਂਦੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋ ਸਕੇ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।